ਇਮੀਗ੍ਰੇਸ਼ਨ ਦੇ ਵਿੱਚ ਬੈਕਲੌਗ ਨੂੰ ਖਤਮ ਕਰਨ ਦੇ ਲਈ 1250 ਨਵੇਂ ਕਰਮਚਾਰੀਆਂ ਦੀ ਭਰਤੀ ਕੀਤੀ ਜਾਣੀ ਹੈ। ਉਹਨਾਂ ਦੇ ਆਪਣੇ ਜਿਹੜੇ ਪੁਰਾਣੇ ਇਮੀਗ੍ਰੇਸ਼ਨ ਦੇ ਅਫੀਸ਼ੀਅਲਸ ਆ ਉਹਨਾਂ ਨੇ ਇੱਕ ਤਰੀਕਾ ਇਹਨਾਂ ਨੂੰ ਦੱਸਿਆ ਸੀ ਕਿ ਇੱਕ ਤਰੀਕਾ ਇਹ ਹੈ ਕਿ ਜਨਰਲ ਐਮਨੈਸਟੀ ਪਹਿਲਾਂ ਵੀ ਇਸ ਡਿਕਲੇਅਰ ਕਰਦੇ ਰਹੇ ਕਿ ਇਨਐਡਮਿਸਿਬਲ ਤਾਂ ਨਹੀਂ ਇਹ ਹੁੰਦਾ। ਉਹਦੇ ਜਿਹੜੇ ਸੀਸੈਸ ਦਾ ਆਰਸੀਐਮਪੀ ਨੇ ਕਲੀਅਰੈਂਸ ਦਿੱਤੀ ਹੈ ਜਾਂ ਨਹੀਂ, ਫਿਰ ਉਹ ਦੇਖਣਾ ਹੁੰਦਾ ਉਹਨਾਂ ਨੇ ਕਿ ਇਹ ਜਿਸ ਸੂਬੇ ਦੇ ਵਿੱਚੋਂ ਅਪਲਾਈ ਕਰ ਰਿਹਾ ਕਿ ਇਹ ਇਸੇ ਸੂਬੇ ਦੇ ਵਿੱਚ ਰਹੂਗਾ। ਕਹਿੰਦੇ ਆ ਨਾ ਕਿ ਹੁਣ ਚੁਣਾਵੀ ਵਾਅਦਿਆਂ ਦੀ ਰੁੱਤ ਵੀ ਆ ਗਈ। ਹੁਣ ਆਪਾਂ ਨੂੰ ਹਰ ਰੋਜ਼ ਕੈਂਡੀਡੇਟਸ ਦੇ ਵੱਲੋਂ ਨਵੇਂ ਵਾਅਦੇ ਜਿਹੜੇ ਉਹ ਕਰਨਗੇ, ਸਾਨੂੰ ਹਰ ਰੋਜ਼ ਸੁਣਨ ਨੂੰ ਮਿਲਿਆ ਕਰਨਗੇ। ਹੁਣ ਜਿਹੜੀ ਲੋਕਾਂ ਦੇ ਆਮ ਵੋਟਰਾਂ ਦੇ ਮਨ ਦੇ ਵਿੱਚ ਹੁੰਦੀ ਹੈ ਨਾ ਕਿ ਇੱਕ ਪੁਲਿਸ ਨੂੰ ਹੋਰ ਆ ਗਿਆ ਤੇ ਇੰਨਾ ਸ਼ਾਂਤੀ ਵੱਧ ਜਾਣੀ। ਇੱਕ ਸਵਾਲ ਹੈ ਕਿ ਜਿਹੜੇ 300 ਪੁਲਿਸ ਆਫੀਸਰ ਆ, ਪਹਿਲਾਂ ਤਾਂ ਉਹਨਾਂ ਨੂੰ ਤਨਖਾਹਾਂ ਦੇਣੀਆਂ, ਉਹਨਾਂ ਦੇ ਪੈਸੇ ਲੱਗਣੇ ਆ, ਹਾਂਜੀ, ਉਹਦੇ ਨਾਲ ਤੁਹਾਡਾ ਟੈਕਸ ਕਿੰਨਾ ਕੁ ਵਧਾਉਣਗੇ? ਜੀ ਬਿਲਕੁਲ। ਸਿੱਧੀ ਹੈ। ਜਿਹੜੇ ਫੂਡ ਇੰਡਸਟਰੀ ਵਾਚਰਸ ਹੈਗੇ ਆ, ਉਹਨਾਂ ਦੇ ਅਨੁਸਾਰ ਜਿਹੜੇ ਕੈਨੇਡੀਅਨਸ ਹੈਗੇ ਆ, ਉਹਨਾਂ ਵੱਲੋਂ ਜਦੋਂ ਡੈਬਿਟ ਤੇ ਕ੍ਰੈਡਿਟ ਕਾਰਡਸ ਤੋਂ ਪੇਮੈਂਟ ਕੀਤੀ ਜਾਂਦੀ ਆ ਤਾਂ ਉਹ ਤੋਂ ਪੇਮੈਂਟ ਕੀਤੀ ਜਾਣ ਤੋਂ ਬਾਅਦ ਟਿਪ ਵੀ ਦਿੱਤੀ ਜਾਂਦੀ ਹੈ, ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ। ਇੱਕ ਤਾਂ ਇਹ ਵਲੰਟੀਅਰ ਆ, ਸਾਡੇ ਕਿਸੇ ਨੇ ਧੌਣ ਤੇ ਗਨ ਨਹੀਂ ਰੱਖੀ। ਦੂਸਰੀ ਅਸੀਂ ਕਹਿੰਦੇ ਆ ਬਿਯੋਂਡ ਆਬਲੀਗੇਸ਼ਨ, ਸੋਸ਼ਲ ਨਾਰਮ, ਮਤਲਬ ਇਹ ਤੁਹਾਨੂੰ ਦੇਣੇ ਨਹੀਂ ਪੈਣੇ। ਯੈਸ। ਹੁਣ ਹੋਟਲ ਦੇ ਵਿੱਚ ਤੁਸੀਂ ਬ੍ਰੇਕਫਾਸਟ ਮੰਗਾ ਲਿਆ, ਉਹ ਥੱਲਿਓਂ ਬੰਦਾ ਲੈ ਕੇ ਆਉਂਦਾ ਰੇਹੜੀ ਜੀ, ਉਹ ਛੱਡ ਕੇ ਜਾਂਦਾ, ਉਹਨੂੰ ਫੇਰ ਵੀ ਟਿਪ ਦੇ ਦਿੰਦੇ। ਇਹ ਵਲੰਟੀਅਰ ਹੈ ਨਾ, ਹਾਂਜੀ, ਉਹਨੇ ਮੰਗਿਆ ਤਾਂ ਹੈ ਨਹੀਂ, ਉਹ ਖਾਣਾ ਤਾਂ ਫ੍ਰੀ ਨਹੀਂ ਦੇ ਕੇ ਜਾ ਰਿਹਾ, ਖਾਣੇ ਦੇ ਚਾਰਜ ਤੁਹਾਡੇ ਤੇ ਲੱਗਣੇ ਹੀ ਲੱਗਣੇ। ਹੁਣ 1 ਬੈਡਰੂਮ ਅਪਾਰਟਮੈਂਟ ਜਿਹੜੇ ਆ ਰੈਂਟ ਕਰਨੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੋਏ ਪਏ ਆ। ਬਾਏ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ, ਸਵਾਲ ਹੀ ਪੈਦਾ ਨਹੀਂ ਹੁੰਦਾ। 8 ਇਹੋ ਜਿਹੀਆਂ ਸਿਟੀਜ਼ ਹੈਗੀਆਂ ਨੇ ਜਿੱਥੇ ਜਿਹੜੇ ਮਿਲੇਨੀਅਲਸ ਹੈਗੇ 1 ਬੈਡਰੂਮ ਦਾ ਅਪਾਰਟਮੈਂਟ ਅਫੋਰਡ ਹੀ ਨਹੀਂ ਕਰ ਸਕਦੇ। ਜਿੱਦਾਂ ਸੈਨ ਡਿਏਗੋ ਹੋਇਆ, ਲਾਸ ਐਂਜਲਸ ਹੋਇਆ, ਸੈਨ ਫਰਾਂਸਿਸਕੋ ਹੋਇਆ, ਇਹਨਾਂ ਸ਼ਹਿਰਾਂ ਦੇ ਵਿੱਚ ਇੱਕ ਬੈਡਰੂਮ ਦੀ ਜਿਹੜੀ ਪ੍ਰਾਈਸ ਆ ਉਹ ਇਹਨਾਂ ਦੀ ਇਨਕਮ ਨਾਲੋਂ ਜ਼ਿਆਦਾ ਹੈ। ਨੌਜਵਾਨ ਜਿਹੜੇ ਪੜ੍ਹ ਲਿਖ ਕੇ ਜਾਂਦੇ ਆ, ਉਹ ਕੰਮ ਕਰ ਰਹੇ ਹੁਣ ਸ਼ਹਿਰ ਦੇ ਵਿੱਚ, ਉਹਨਾਂ ਦੇ ਕੋਲ ਇੱਕ ਬੈਡਰੂਮ ਨਾ ਰੈਂਟ ਤੇ ਨਾ ਲੈ ਜੀ, ਫਿਰ ਉਹ ਸੌਣਾ ਉਹਨਾਂ ਨੇ ਕਿੱਥੇ? ਹਾਂਜੀ, ਰਹਿਣਾ ਕਿੱਥੇ ਉਹਨਾਂ ਜੀ। रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਤ ਵੱਲੋਂ ਸਤਿ ਸ਼੍ਰੀ ਅਕਾਲ। 25 ਅਗਸਤ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਯਾਨੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਇਮੀਗ੍ਰੇਸ਼ਨ ਦੇ ਵਿੱਚ ਬੈਕਲੌਗ ਨੂੰ ਖਤਮ ਕਰਨ ਦੇ ਲਈ 1250 ਨਵੇਂ ਕਰਮਚਾਰੀਆਂ ਦੀ ਭਰਤੀ ਕੀਤੀ ਜਾਣੀ ਆ। ਮਿਨਿਸਟਰ ਸ਼ੌਨ ਫਰੇਜ਼ਰ ਨੇ ਇਸ ਦਾ ਐਲਾਨ ਕੀਤਾ ਤੇ ਉਹ ਕਹਿੰਦੇ ਆ ਕਿ ਜਦੋਂ ਨਵੇਂ ਕਰਮਚਾਰੀ ਭਰਤੀ ਕੀਤੇ ਜਾਣਗੇ ਤਾਂ ਜਿਹੜਾ ਹੈ ਬੈਕਲੌਗ ਹੈਗਾ ਛੇਤੀ ਖਤਮ ਹੋ ਜਾਊਗਾ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਇਹ ਇੱਕ ਸੋਲੂਸ਼ਨ ਆ, ਕਿਉਂਕਿ
जुलाई ਦੇ ਅਖੀਰ ਤਾਈਂ 24 ਲੱਖ ਐਪਲੀਕੇਸ਼ਨਸ ਪਈਆਂ ਸੀ ਡਿਪਾਰਟਮੈਂਟ ਦੇ ਵਿੱਚ। ਹੁਣ 24 ਲੱਖ ਨਾਲ ਕਿੱਦਾਂ ਡੀਲ ਕਰਨਾ ਆ? ਉਹਨਾਂ ਦੇ ਆਪਣੇ ਜਿਹੜੇ ਪੁਰਾਣੇ ਇਮੀਗ੍ਰੇਸ਼ਨ ਦੇ ਅਫੀਸ਼ੀਅਲਸ ਆ, ਉਹਨਾਂ ਨੇ ਇੱਕ ਤਰੀਕਾ ਇਹਨਾਂ ਨੂੰ ਦੱਸਿਆ ਸੀ ਕਿ ਇੱਕ ਤਰੀਕਾ ਇਹ ਹੈ ਕਿ ਜਨਰਲ ਐਮਨੈਸਟੀ ਪਹਿਲਾਂ ਵੀ ਇਸ ਡਿਕਲੇਅਰ ਕਰਦੇ ਰਹੇ ਆ, ਤਾਂ ਹੁਣ ਤੁਸੀਂ ਵੀ ਕਰ ਸਕਦੇ। ਬਹੁਤੇ ਲੋਕ ਜਿਹੜੇ ਇੱਥੇ ਵੈਸੇ ਹੀ ਕੁਆਲੀਫਾਈਡ ਆ, ਉਹਨਾਂ ਨੇ ਇੱਕ ਪ੍ਰੋਸੀਜਰ ਦੇ ਥਰੂ ਜਾ ਰਹੇ ਆ, ਕੁਛ ਨਹੀਂ ਹੋਰ ਹੋ ਰਿਹਾ। ਉਹਨਾਂ ਦਾ ਤੁਸੀਂ ਮੈਡੀਕਲ ਤੁਸੀਂ ਐਪਲੀਕੇਸ਼ਨ ਦੇ ਦਿਓ ਕਿ PR ਤੁਹਾਨੂੰ ਮਿਲ ਜਾਣਾ, ਜੇ ਮੈਡੀਕਲ ਕਰਾਓ ਤੇ ਬਾਕੀ ਤੁਸੀਂ CSS ਤੇ RCMP ਦੀ ਕਲੀਅਰੈਂਸ ਲੈ ਲਓ। ਉਹ ਸਰਕਾਰ ਦਾ ਕੰਮ ਹੁੰਦਾ, ਉਹਨਾਂ ਦਾ ਕੰਮ ਨਹੀਂ ਹੁੰਦਾ ਐਪਲੀਕੈਂਟ ਦਾ। ਤਾਂ ਉਹਦੇ ਨਾਲ ਇਹਨਾਂ ਦੀ ਜਿਹੜੀ ਬੈਕਲੌਗ ਆ ਉਹ ਬਿਲਕੁਲ ਹੀ ਘਟ ਜਾਣੀ। ਹਾਂਜੀ। ਅੱਛਾ, ਦੂਸਰੀ ਜਿਹੜੀ ਇਹ ਗੱਲ ਕਰਦੇ ਨਵੇਂ, ਇਹ ਹਮੇਸ਼ਾ ਨੰਬਰ ਦੱਸਦੇ ਹੁੰਦੇ ਆ, ਇੰਨੇ ਬੰਦੇ ਅਸੀਂ ਹੋਰ ਕਰ ਲੈਣੇ ਹਾਇਰ। ਮੋਸਟਲੀ ਜਿਹੜੇ EMPLOYEES ਇਹਨਾਂ ਨੇ ਹਾਇਰ ਕਰਨੇ ਆ ਉਹ ਹੈਗੇ ਪਾਰਟ ਟਾਈਮ, ਇਸ ਵੇਲੇ ਵੀ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਆ। ਸਿਰਫ ਉਹਨਾਂ ਨੂੰ ਹੀ ਹਾਇਰ ਕੀਤਾ ਜਾਊਗਾ, ਮਤਲਬ ਬਾਹਰ ਤੋਂ ਘੱਟ ਹੋਣਗੇ। ਜਿਹੜੇ ਬੰਦੇ ਹੁਣ ਪਹਿਲਾਂ ਹੀ ਕੰਮ ਕਰ ਰਹੇ ਆ, ਮੋਸਟਲੀ ਇਹ ਨਹੀਂ ਦਿਨੀ ਸਟੂਡੈਂਟਸ ਕੰਮ ਕਰਦੇ ਹੁੰਦੇ ਆ। ਹਾਂਜੀ। ਕਿਉਂਕਿ ਸਮਰ ਦੇ ਵਿੱਚ ਹਰ ਡਿਪਾਰਟਮੈਂਟ ਹੈ, ਔਰ CIC ਵਾਲੇ ਖਾਸ ਤੌਰ ਤੇ ਇਹ ਨੰਬਰ ਆਫ ਸਟੂਡੈਂਟਸ ਨੂੰ 4-4 ਮਹੀਨੇ ਦੇ ਰੱਖਦੇ ਆ, ਕਈਆਂ ਨੂੰ 2 ਮਹੀਨੇ ਦੇ ਰੱਖਦੇ ਆ, ਤੇ ਉਹਨਾਂ ਦੇ ਕੋਲ ਤਜਰਬਾ ਥੋੜਾ ਜਿਹਾ ਹੋ ਜਾਂਦਾ। ਸੋ ਮੋਸਟਲੀ ਬੰਦੇ ਕੰਮ ਕਰਦੇ ਆ ਉੱਥੇ ਜਿਨ੍ਹਾਂ ਨੂੰ ਇਹਨਾਂ ਨੇ ਹਾਇਰ ਕਰਨਾ। ਦੂਸਰਾ ਵੱਡਾ ਹੁੰਦਾ ਇਹਨਾਂ ਦਾ ਕਿ ਹੋਰ ਜਿਵੇਂ ਡਿਪਾਰਟਮੈਂਟਸ ਆ, ਮੈਂ CRA ਆ, CBSA ਆ, ਇਹਨਾਂ ਦੇ ਵਿੱਚ ਜਿਹੜੇ ਇੰਟਰਨਲ ਐਪਲੀਕੈਂਟਸ ਆ ਉਹਨਾਂ ਨੂੰ ਇੱਧਰ ਉੱਧਰ ਕਰਨ ਦੀ ਲੋੜ ਹੈ ਬਸ। ਤਾਂ ਨਵੇਂ ਕਿੰਨੇ ਆਉਣੇ ਉਹਨਾਂ ਦੇ ਵਿੱਚੋਂ, ਕਿੰਨਿਆਂ ਨੂੰ ਟ੍ਰੇਨਿੰਗ ਦੇਣੀ ਹੈ, ਉਹ ਕਦੇ ਤੁਹਾਡੇ ਇਹ ਦੱਸਣਗੇ ਨਹੀਂ ਮਿਨਿਸਟਰ ਸਾਹਿਬ ਕਦੇ ਵੀ। ਅਖੀਰ ਦੇ ਵਿੱਚ ਤਾਂ ਇਹ ਦੱਸਣਾ ਪੈਣਾ ਕਿ 1200 ਬੰਦਾ ਗਿਆ ਕਿੱਥੇ ਜਿਹੜਾ ਤੁਸੀਂ ਕੀਤਾ ਸੀ ਜੀ, ਕਿ ਇਹਨਾਂ 1200 ਬੰਦਿਆਂ ਨੇ ਕਿੰਨੀਆਂ ਐਪਲੀਕੇਸ਼ਨ ਦੇ ਨਾਲ ਡੀਲ ਕਰਨਾ। ਹਾਂਜੀ। ਕਿਉਂਕਿ ਹਰੇਕ ਮਹੀਨੇ ਨਵੀਆਂ ਐਪਲੀਕੇਸ਼ਨ ਹੋਰ ਆਈ ਜਾਂਦੀਆਂ, ਪੁਰਾਣੀਆਂ ਅਜੇ ਡੀਲ ਨਹੀਂ ਕਰ ਸਕਦੇ। ਸੋ ਸਾਡੇ ਜਿਹੜੇ ਕੌਂਸਲ ਜਨਰਲ ਆ, ਹਾਈ ਕਮਿਸ਼ਨ ਆ, ਐਮਬੈਸੀਜ਼ ਆ, ਜੇ ਤੁਸੀਂ ਉਹਨਾਂ ਦੀਆਂ ਰਿਪੋਰਟਸ ਪੜ੍ਹਦੇ ਆ ਤਾਂ ਉਹਨਾਂ ਦੇ ਕੋਲ ਇੰਨਾ ਬੈਕਲੌਗ ਪਿਆ। ਜਿਹੜੇ ਲੋਕੀ ਕੈਨੇਡਾ ਨੂੰ ਆਉਣਾ ਚਾਹੁੰਦੇ ਵਕਤੀ ਤੌਰ ਤੇ, ਹਾਂਜੀ, ਜੇ ਕਿਸੇ ਦੀ ਪਲਾਨ ਸੀ ਨਾ ਮੈਂ ਸਮਰ ਦੇ ਵਿੱਚ ਕੈਨੇਡਾ ਦੇਖਣਾ ਹੈ, ਉਹ ਇਨੀ ਦਿਨ ਨਹੀਂ ਦੇਖ ਸਕਦੇ ਜੀ, ਕਿਉਂਕਿ ਉਹਨਾਂ ਦੀ ਐਪਲੀਕੇਸ਼ਨ ਕਿਤੇ ਪਿੱਛੇ ਜਾ ਕੇ ਪਈ ਆ। ਹਾਂਜੀ। ਤੇ ਬਹੁਤੀਆਂ ਦੇਸ਼ਾਂ ਦੇ ਵਿੱਚ ਵੈਸੇ ਐਮਬੈਸੀਜ਼ ਡੀਲ ਵੀ ਨਹੀਂ ਕਰਦੀਆਂ। ਤਾਂ ਹੁਣ ਪਾਕਿਸਤਾਨ ਦੇ ਵਿੱਚ ਜਿਹੜੀ ਐਮਬੈਸੀ ਹੈ ਸਾਡੀ, ਉਹ ਉੱਥੇ ਐਪਲੀਕੇਸ਼ਨ ਨਾਲ ਡੀਲ ਨਹੀਂ ਕਰਦੀ। ਜੇ ਕਿਸੇ ਪਾਕਿਸਤਾਨੀ ਨੇ ਐਪਲੀਕੇਸ਼ਨ ਕਰਨੀ ਹੋਵੇ, ਉਹ ਲੰਡਨ ਵਾਲਾ ਆਫਿਸ ਡੀਲ ਕਰਦਾ ਉਹਨਾਂ। ਅਜਿਹਾ ਕਿਉਂ? ਇਹ ਉੱਥੇ ਪਾਕਿਸਤਾਨੀ ਪਤਾ ਨਹੀਂ ਉਹਨਾਂ ਦੀ ਜਿਹੜੀ ਸਾਡੀ ਐਮਬੈਸੀ ਆ ਉਹ ਤੇ ਟਰਸਟ ਨਹੀਂ ਹੈ, ਜਾਂ ਇਹਨਾਂ ਨੂੰ ਆਪਣੇ ਹੀ ਬੰਦਿਆਂ ਦੇ ਟਰਸਟ ਨਹੀਂ ਹੈ, ਉੱਥੋਂ ਨਹੀਂ ਕਰਾਉਂਦੇ, ਲੰਡਨ ਦੇ ਆਫਿਸ ਤੋਂ ਕਰਾਉਂਦੇ ਆ। ਹੁਣ ਪਹਿਲਾਂ ਜਿੱਦਾਂ ਇਰਾਨ ਦਾ ਚੱਲਿਆ ਸੀ, ਇਰਾਨ ਦੇ ਲੋਕਾਂ ਨੇ ਆਬਜੈਕਸ਼ਨ ਲਾਇਆ ਕਿ ਸਾਡੇ ਜਿਹੜੇ ਵੈਲ ਕੁਆਲੀਫਾਈਡ ਬੰਦੇ ਆ ਉਹਨਾਂ ਨੇ ਆਉਣਾ ਆ, ਤੇ ਖਾਸ ਤੌਰ ਤੇ ਉਹਨਾਂ ਦੀ ਇੱਕ ਕੈਟਾਗਰੀ ਆ ਸਾਡੇ ਇਮੀਗ੍ਰੇਸ਼ਨ ਦੇ ਵਿੱਚ ਕਿ ਕੋਈ ਵੀ ਬੰਦਾ ਜਿਹੜਾ ਖਾਸ ਤੌਰ ਤੇ ਕਲਾਕਾਰ ਹੋਵੇ, ਕੋਈ ਵਰਕ ਆਫ ਆਰਟ ਹੋਵੇ, ਕੋਈ ਆਰਟਿਸਟ ਆ ਜਿਹੜਾ ਕਿ ਦੁਨੀਆ ਪੱਧਰ ਤੇ, ਮਤਲਬ ਇਹ ਜ਼ਰੂਰੀ ਨਹੀਂ ਹੈ ਵੀ ਦੁਨੀਆ ਦੇ ਵਿੱਚ ਹੀ ਉਹ ਮਸ਼ਹੂਰ ਹੋਵੇ, ਪਰ ਉਹਨੂੰ ਵਰਲਡ ਲੈਵਲ ਦਾ ਸਮਝਦੇ ਬੰਦੇ। ਕੋਈ ਪਲੇਅਰ ਤਕੜਾ ਹੋਵੇ, ਕੋਈ ਆਰਟਿਸਟ ਤਕੜਾ ਹੋਵੇ, ਕੋਈ ਕਲਾਕਾਰ ਤਕੜਾ ਹੋਵੇ, ਤਾਂ ਉਹਨਾਂ ਦੀਆਂ ਕੁਝ ਥੋੜ੍ਹੀਆਂ ਜਿਹੀਆਂ ਐਪਲੀਕੇਸ਼ਨ ਹੁੰਦੀਆਂ। ਤੇ ਅੱਗੇ ਪਹਿਲਾਂ ਉਹਨਾਂ ਨਾਲ ਡੀਲ ਕਰਦੇ ਹੁੰਦੇ ਸੀ ਟਰਕੀ ਵਾਲੇ ਆਫਿਸ ਵਾਲੇ। ਉਸ ਵੇਲੇ ਜਿਹੜੀ ਉਹਨਾਂ ਦੀ ਪ੍ਰੋਸੈਸਿੰਗ ਟਾਈਮ ਵੀ ਘੱਟ ਸੀ ਔਰ ਉਹਨਾਂ ਦੀ ਅਪਰੂਵਲ ਰੇਟਿੰਗ ਵੀ ਜ਼ਿਆਦਾ ਸੀ। ਹੁਣ ਉਹਨਾਂ ਦੇ ਟਰਕੀ ਤੋਂ ਖੋ ਕੇ ਇਹਨਾਂ ਨੇ ਆਪਣੀ ਭੇਜ ਦਿੱਤੀ, ਪੋਲੈਂਡ ਦੀ ਐਮਬੈਸੀ ਡੀਲ ਕਰਦੀ ਹੈ ਇਰਾਨ ਵਾਲਿਆਂ ਨਾਲ। ਉਹਨਾਂ ਦਾ ਪ੍ਰੋਸੈਸਿੰਗ ਟਾਈਮ ਵੀ ਵੱਧ ਗਿਆ ਤੇ ਜਿਹੜੀ ਨੰਬਰ ਆਫ ਐਪਲੀਕੈਂਟਸ ਅਪਰੂਵ ਕਰਦੇ ਸੀ ਉਹ ਘਟ ਗਈਆਂ। ਹੁਣ ਉਹਨਾਂ ਨੂੰ ਹਦਾਇਤ ਕੀਤੀ ਸੀ ਇੱਕ ਫੈਡਰਲ ਕੋਰਟ ਨੇ ਵੀ ਸਾਨੂੰ ਰੀਜ਼ਨ ਤਾਂ ਦੱਸੋ ਵੀ ਕੀ ਹੋ ਰਿਹਾ ਇੱਥੇ। ਇਹ ਜੇ ਤੁਸੀਂ ਬਾਹਰ ਲੈ ਫਿਰ ਇੱਥੇ ਵਾਲੇ ਦੇਖੋ ਜਿਹੜੇ PNP ਵਾਲੇ ਆ, ਉਹਨਾਂ ਨੇ PNP ਦੀ ਬਣਾ ਕੇ ਇੱਕ ਰეკਮੈਂਡੇਸ਼ਨ ਲੈਟਰ ਦੇ ਦਿੱਤੀ ਹੈ। ਉਸ ਤੋਂ ਬਾਅਦ ਜਿਹੜਾ ਫਾਈਨਲ ਪ੍ਰੋਸੀਜਰ ਕਰਨਾ ਹੈ, ਬੇਸਿਕਲੀ ਜਦੋਂ ਤੁਹਾਨੂੰ PNP ਮਿਲ ਗਈ ਹੈ ਨਾ, ਇਹ ਡਨ ਡੀਲ ਹੀ ਹੁੰਦੀ ਹੈ ਜੀ।
ਡਨ ਡੀਲ ਆ ਵੀ ਉਸ ਤੋਂ ਬਾਅਦ ਥੋੜ੍ਹੇ ਜਿਹੇ ਫੈਡਰਲ ਜਿਹੜੇ ਆਫੀਸਰਸ ਆ ਉਹਨਾਂ ਦੇ ਦੇਖਣਾ ਹੁੰਦਾ ਹੈ ਕਿ ਇਨਐਡਮਿਸਿਬਲ ਤਾਂ ਨਹੀਂ ਇਹ ਬੰਦਾ, ਉਹਦੇ ਜਿਹੜੇ ਸੀਐਸਐਸ ਤੇ ਆਰਸੀਐਮਪੀ ਨੇ ਕਲੀਅਰੈਂਸ ਦਿੱਤੀ ਹੈ ਜਾਂ ਨਹੀਂ। ਫਿਰ ਉਹ ਦੇਖਣਾ ਹੁੰਦਾ ਉਹਨਾਂ ਨੇ ਕਿ ਇਹ ਜਿਸ ਸੂਬੇ ਦੇ ਵਿੱਚੋਂ ਅਪਲਾਈ ਕਰ ਰਿਹਾ ਕੀ ਇਹ ਇਸੇ ਸੂਬੇ ਦੇ ਵਿੱਚ ਰਹੂਗਾ। ਤੇ ਇਹ ਹੈ ਕਿ ਫਾਰਮਲ ਗੱਲਾਂ ਕਰਨੀ, ਇਹ ਨਹੀਂ ਹੈ ਵੀ ਉਹਨਾਂ ਦੇ ਕੋਈ ਕੁਆਲੀਫਿਕੇਸ਼ਨ ਘਟੀ ਹੈ, ਕੋਈ ਨਹੀਂ ਕੁਆਲੀਫਿਕੇਸ਼ਨ ਘਟੀ। ਉਹਨਾਂ ਨੂੰ ਜੋ ਪੀਐਨਪੀ ਨੇ ਦੇ ਦਿੱਤਾ ਲੈਟਰ ਤਾਂ ਉਹਨਾਂ ਨੂੰ ਵੈਸੇ ਹੀ ਕਹਿ ਦਿਓ ਕੋਈ ਗੱਲ ਨਹੀਂ ਵੀ ਤੁਸੀਂ ਲਾਈਨ ਦੇ ਵਿੱਚ ਆ, ਤੁਹਾਨੂੰ ਪੀਆਰ ਮਿਲ ਜਾਊਗੀ ਜੀ, ਸਮਾਂ ਕਾਫੀ ਬਚ ਜਾਊਗਾ, ਸਮਾਂ ਬਚੂਗਾ, ਐਪਲੀਕੈਂਟਸ ਧੜ ਨਿਕਲਣਗੀਆਂ। ਹਾਂਜੀ, ਪਰ ਇਹ ਜਿਹੜਾ ਹਰ ਇੱਕ ਜਿਹੜਾ ਪ੍ਰੋਸੀਜਰ ਆ ਉਹਨੂੰ ਪੂਰਾ ਕਰਨਾ, ਜਿਹਦਾ ਰਿਚੁਅਲ ਨਹੀਂ ਹੁੰਦਾ ਸਾਡੇ ਹੁੰਦਾ ਵੀ ਅੱਜ ਗੁੱਗਾ ਵੀ ਪੂਜਣਾ, ਅੱਜ ਸੱਪਾਂ ਨੂੰ ਵੀ ਜਾ ਕੇ ਸੇਵੀਆਂ ਖਿਲਾਉਣੀਆਂ, ਤੇ ਉਹ ਸਾਰਾ ਕੁਝ ਤੁਸੀਂ ਖਤਮ ਕਰ ਸਕਦੇ ਆ। ਉਹ ਪ੍ਰੋਸੀਜਰ ਜਿਹੜਾ ਇਹ ਜ਼ਰੂਰ ਕਰਦੇ ਜੀ, ਪ੍ਰੋਸੀਜਰ ਦੇ ਨਾਲ ਹੀ ਫਸੀਆਂ ਪਈਆਂ 24 ਲੱਖ ਫਾਈਲਸ ਜੀ। ਤਾਂ ਉਹ ਹਲਕੀਆਂ ਕਰਨ ਲਈ ਇੱਕ ਇਹ ਵੀ ਤਰੀਕਾ ਹੈ। ਹਾਂ, ਦੂਸਰਾ ਤਰੀਕਾ ਠੀਕ ਹੈ ਕਿ ਜੇ ਤੁਹਾਡੇ ਇੰਪਲੋਈਜ਼ ਬਹੁਤੇ ਛੱਡ ਕੇ ਚਲ ਗਏ ਆ, ਕਈ ਇੰਪਲੋਈਜ਼ ਅਜੇ ਤੱਕ ਵੀ ਘਰੋਂ ਕੰਮ ਕਰਦੇ ਆ, ਹਾਂਜੀ, ਉੱਥੇ ਜਾਂਦੇ ਹੀ ਨਹੀਂ। ਹੁਣ ਦੇਖੋ ਦੋ ਗੱਲਾਂ ਹੁੰਦੀਆਂ, ਨੰਬਰ 1 ਤੇ ਜਿਹੜੀ ਤੁਹਾਡੀ ਫਾਈਲ ਆ ਨਾ ਉਹ ਸੀਕ੍ਰੇਟ ਫਾਈਲ ਹੈ, ਇਹ ਪ੍ਰਾਈਵੇਸੀ ਇਸ਼ੂ ਆ, ਇਹ ਆਫਿਸ ਦੇ ਵਿੱਚੋਂ ਬਾਹਰ ਨਹੀਂ ਜਾ ਸਕਦੀ। ਸੋ ਜੇ ਤੁਸੀਂ ਕੰਮ ਕਰਨਾ ਫਾਈਲ ਤੇ ਤਾਂ ਉੱਥੇ ਆਫਿਸ ਦੇ ਵਿੱਚ ਹੋਣਾ ਚਾਹੀਦਾ ਹੈ। ਘਰੋਂ ਬੈਠੇ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਸਾਨੂੰ ਮਿਨਿਸਟਰ ਨੂੰ ਪਤਾ ਹੋਣਾ ਜੀ। ਤੇ ਨਵੇਂ EMPLOYEES ਇਹਨਾਂ ਨੇ ਕਿੰਨੇ ਕੁ ਰੱਖਣੇ ਆ ਉਹ ਸਾਨੂੰ, ਜੇ ਕੋਈ ਕਮੇਟੀ ਦੇ ਵਿੱਚ ਮੈਂਬਰ ਹੋਵੇ ਸ਼ਾਇਦ ਇਹਨਾਂ ਨੂੰ ਪੁੱਛਣ ਵੀ ਤੁਸੀਂ ਐਕਚੁਅਲੀ ਨਵੇਂ ਬੰਦੇ ਕਿੰਨੇ ਰੱਖੇ ਆ। ਹਾਂਜੀ, ਅਜੇ ਤੱਕ ਤਾਂ ਇਹਨਾਂ ਨੇ ਕੁਛ ਨਹੀਂ ਦੱਸਿਆ ਕਿ ਕਿੰਨੇ ਪਾਰਟ ਟਾਈਮ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਨਵੇਂ ਕਹਿ ਕੇ ਰੱਖਣਾ ਸੀ, ਉਹ ਤਾਂ ਪਹਿਲਾਂ ਹੀ ਕੰਮ ਕਰਦੇ ਆ ਉੱਥੇ। ਦੇਖੋ ਡਾਕਟਰ ਸਾਹਿਬ, ਡਿਟੇਲਸ ਨਹੀਂ ਇਹਨਾਂ ਨੇ ਦਿੱਤੀਆਂ, ਸਿਰਫ ਇੰਨਾ ਹੀ ਅਨਾਉਂਸ ਕੀਤਾ ਕਿ ਅਸੀਂ 1250 ਨਵੇਂ ਬੰਦੇ ਰੱਖਣੇ ਨੇ। ਇਹਦਾ ਮਤਲਬ ਹੁੰਦਾ ਹੈ ਜਦੋਂ ਮੀਡੀਆ ਕੁਐਸਚਨ ਕਰਦਾ ਨਾ ਉਹਦਾ ਆਨਸਰ ਦੇਣਾ ਹੁੰਦਾ ਮਿਨਿਸਟਰ ਨੇ, ਤਾਂ ਉਹਦੇ ਪੀਆਰ ਵਾਲੇ ਦੱਸ ਦਿੰਦੇ ਆ ਵੀ ਤੁਸੀਂ ਹੁਣ ਏਦਾਂ ਕਹਿ ਦਿਓ ਜੀ, ਤੇ ਕੰਮ ਕੁਛ ਨਹੀਂ ਹੋਣਾ। ਹਾਂਜੀ, ਕਿੰਨਾ ਕਿ ਇਹਦਾ ਫਾਇਦਾ ਹੋਣਾ ਕਿੰਨਾ ਕਿ ਨਹੀਂ ਹੋਣਾ ਉਹ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਹਮਣੇ ਹੋਣਾ। ਜੀ ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ। ਜਿਵੇਂ ਕਿ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ ਇਹਨਾਂ ਨੇ 1250 ਨਵੇਂ ਕਰਮਚਾਰੀ ਰੱਖਣੇ ਹੈਗੇ ਆ। ਇਹਨਾਂ ਨਵੇਂ ਕਰਮਚਾਰੀਆਂ ਦੇ ਆਉਣ ਦੇ ਨਾਲ ਕੀ ਬੈਕਲੌਗ ਵਾਕਈ ਘਟੂਗਾ ਜਾਂ ਨਹੀਂ ਘਟੂਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਡਾਕਟਰ ਸਾਹਿਬ, ਹੁਣ ਗੱਲ ਕਰਦੇ ਹਾਂ ਆਪਾਂ ਆਪਣੇ ਸ਼ਹਿਰ ਬਾਰੇ, ਸਰੀ ਬਾਰੇ। ਦੇਖੋ, ਜਿਵੇਂ ਹੀ ਵੋਟਾਂ ਦਾ ਸਮਾਂ ਨੇੜੇ ਆ ਰਿਹਾ, ਸਿਵਿਕ ਇਲੈਕਸ਼ਨ ਨੇੜੇ ਆ ਰਹੀ ਹੈਗੀ ਆ, ਕਹਿੰਦੇ ਆ ਨਾ ਕਿ ਹੁਣ ਚੁਣਾਵੀ ਵਾਅਦਿਆਂ ਦੀ ਰੁੱਤ ਵੀ ਆ ਗਈ। ਹੁਣ ਆਪਾਂ ਨੂੰ ਹਰ ਰੋਜ਼ ਕੈਂਡੀਡੇਟਸ ਦੇ ਵੱਲੋਂ ਨਵੇਂ-ਨਵੇਂ ਵਾਅਦੇ ਜਿਹੜੇ ਉਹ ਕਰਨਗੇ, ਸਾਨੂੰ ਹਰ ਰੋਜ਼ ਸੁਣਨ ਨੂੰ ਮਿਲਿਆ ਕਰਨਗੇ। ਇਹਨਾਂ ਦੀ ਸ਼ੁਰੂਆਤ ਵੈਸੇ ਹੋ ਚੁੱਕੀ ਆ, ਕਿਉਂਕਿ ਹੁਣ ਵੋਟਰਸ ਨੂੰ ਭਰਮਾਉਣ ਦੇ ਲਈ ਇਹਨਾਂ ਨੇ ਇੱਕ ਤਾਣਾ ਬਾਣਾ ਜਿਹਾ ਬੁਣਨਾ, ਤੇ ਤਾਂ ਕਿ ਵੋਟਰਸ ਉਹਨਾਂ ਵੱਲ ਨੂੰ ਆਪਣਾ ਝੁਕਾ ਕਰ ਲੈਣ। ਸਰੀ ਫਸਟ ਮੇਅਰਲ ਕੈਂਡੀਡੇਟ ਗੋਲਡੀ ਹੌਕ ਦਾ ਕਹਿਣਾ ਕਿ ਜੇਕਰ ਉਹ ਜਿੱਤ ਜਾਂਦੇ ਆ ਤਾਂ ਉਹ 300 ਨਵੇਂ ਪੁਲਿਸ ਆਫੀਸਰਸ ਨੂੰ ਨਿਯੁਕਤ ਕਰਨਗੇ। ਉਹਨਾਂ ਨੇ ਕਿਹਾ ਕਿ ਨਾ ਸਿਰਫ ਉਹ ਨਵੇਂ ਆਫੀਸਰਸ ਨੂੰ ਨਿਯੁਕਤੀ ਕਰਨਗੇ ਬਲਕਿ ਉਹ ਵੋਟਰਸ ਦੇ ਸਾਹਮਣੇ ਆਰਸੀਐਮਪੀ ਤੋਂ ਸਰੀ ਪੁਲਿਸ ਟ੍ਰਾਂਜੀਸ਼ਨ ਸੰਬੰਧੀ ਸਾਰੇ ਹੀ ਫੈਕਟਸ ਰੱਖਣਗੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਉਹ ਆਰਸੀਐਮਪੀ ਦੇ ਨਾਲ ਜਾਣਾ ਚਾਹੁੰਦੇ ਆ ਜਾਂ ਫਿਰ ਸਰੀ ਪੁਲਿਸਿੰਗ ਦੇ ਨਾਲ ਜਾਣਾ ਚਾਹੁੰਦੇ ਆ। ਕੀ ਕਹਿਣਾ ਚਾਹੋਗੇ? ਦੇਖੋ, ਪਿਛਲੀਆਂ ਇਲੈਕਸ਼ਨ ਦੇ ਵਿੱਚ ਆਹ ਵੱਡੀ ਇਸ਼ੂ ਸੀ ਕਿ ਆਰਸੀਐਮਪੀ ਤੋਂ ਸਰੀ ਪੁਲਿਸ ਬਣਨੀ ਚਾਹੀਦੀ ਜਾਂ ਨਹੀਂ ਬਣਨੀ ਚਾਹੀਦੀ। ਹਾਂਜੀ, ਉਹ ਬੇਸਿਕਲੀ ਡਨ ਡੀਲ ਆ ਕਿ ਉਹ ਤੇ ਠੀਕ ਹੈ, ਪੈਸਾ ਜ਼ਿਆਦਾ ਲੱਗ ਗਿਆ, ਆਰਸੀਐਮਪੀ ਤੋਂ ਟ੍ਰਾਂਜੀਸ਼ਨ ਹੋ ਰਹੀ ਹੈ ਸਰੀ ਪੁਲਿਸ ਦੀ। ਹੁਣ ਜਿਹੜੀ ਲੋਕਾਂ ਦੇ ਆਮ ਵੋਟਰਾਂ ਦੇ ਮਨ ਦੇ ਵਿੱਚ ਹੁੰਦੀ ਹੈ ਨਾ ਵੀ ਇੱਕ ਪੁਲਿਸ ਹੋਰ ਆ ਗਿਆ ਤੇ ਇੰਨਾ ਸ਼ਾਂਤੀ ਵੱਧ ਜਾਣੀ ਹੈ। ਹਾਂਜੀ, ਇਹ ਇੱਕ ਸਵਾਲ ਹੈ ਕਿ ਜਿਹੜੇ 300 ਪੁਲਿਸ ਆਫੀਸਰਸ ਆ, ਪਹਿਲਾਂ ਤਾਂ ਉਹਨਾਂ ਨੂੰ ਤਨਖਾਹਾਂ ਦੇਣੀਆਂ, ਉਹਨਾਂ ਦੇ ਪੈਸੇ ਲੱਗਣੇ ਆ। ਹਾਂਜੀ, ਉਹਦੇ ਨਾਲ ਤੁਹਾਡਾ ਟੈਕਸ ਕਿੰਨਾ ਕੁ ਵਧਾਉਣਗੇ? ਜੀ ਬਿਲਕੁਲ। ਇਸ਼ੂ ਸਿੱਧੀ ਇਹ ਲੋਕਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਪੈਸੇ ਜਿਹੜੇ ਦੇਣੇ ਆ ਉਹ ਤਾਂ ਸਾਡੀ ਪਾਕਟ ਨੇ ਦੇਣੇ ਆ ਨਾ, ਉਹ ਤਾਂ ਟੈਕਸ ਪੇਅਰਸ ਨਹੀਂ ਪੇ ਕਰਨੇ ਆ। ਅੱਛਾ, ਦੂਸਰਾ ਜਿਹੜੀ ਇਹਨਾਂ ਨੇ ਕੀ ਅਸੈਸਮੈਂਟ ਲਾਈ ਆ ਹੁਣ ਦੀ ਜਿਹੜੀ ਪੁਲਿਸ ਫੋਰਸ ਆ ਸਾਡੀ, ਉਹਨਾਂ ਦੇ ਵਿੱਚੋਂ ਕਿੰਨੇ ਲੋਕ ਜਿਹੜੇ ਪੁਲਿਸ ਆਫੀਸਰਸ ਆ ਐਕਚੁਅਲੀ ਸਿਕਿਉਰਿਟੀ ਲਈ ਕੰਮ ਕਰਦੇ ਆ ਸਾਡੇ ਲਈ,
ਕਿੰਨੇ ਪ੍ਰੋਵਿੰਸ਼ੀਅਲ ਸਰਕਾਰ ਨੇ ਲਾਏ ਆ ਵੀ ਸਾਡੇ ਲਈ ਪੈਸੇ ਇਕੱਠੇ ਕਰੋ। ਤੁਸੀਂ ਜਗ੍ਹਾ ਜਗ੍ਹਾ ਦੇਖਦੇ ਆ ਨਾ ਲਾਏ ਨਾਕੇ ਲਾਏ ਜਿਹੜਾ ਪੰਜਾਬ ਪੁਲਿਸ ਆਉਂਦੀ ਹੈ, ਹਾਂਜੀ, ਉਹ ਤਾਂ ਆਪਣੀ ਬੋਤਲ ਬਣਾਉਣ ਲਈ ਲਾਉਂਦੇ ਹੁੰਦੇ ਆ, ਇਹ ਪ੍ਰੋਵਿੰਸ਼ੀਅਲ ਸਰਕਾਰ ਲਈ ਪੈਸੇ ਇਕੱਠੇ ਕਰਦੇ। ਜਿੱਥੇ ਕਦੇ ਕੋਈ ਐਕਸੀਡੈਂਟ ਨਾ ਹੋਵੇ, ਜਿੱਥੇ ਫਲੋ ਆਫ ਟ੍ਰੈਫਿਕ ਵੈਸੇ ਨਾ ਹੋਵੇ ਤਾਂ ਉੱਥੇ ਟ੍ਰੈਫਿਕ ਜਾਮ ਹੋ ਜਾਵੇ, ਹਾਂਜੀ, ਤਾਂ ਉੱਥੇ ਜੇ ਕੋਈ 60 ਦੀ ਬਜਾਏ 70 ਤੇ ਵੀ ਜਾਂਦਾ ਹੈ ਤਾਂ ਕੋਈ ਵੱਡੀ ਗੱਲ ਨਹੀਂ ਹੈ। ਪਰ ਇਹ 63-64 ਤੇ ਜਿਹੜਾ ਜਾਂਦਾ ਉਹਨੂੰ ਟਿਕਟ ਦੇਣ ਲਈ ਖੜੇ ਹੁੰਦੇ ਉੱਥੇ। ਹਾਂਜੀ, ਇਹਦਾ ਮਤਲਬ ਵੀ ਇਹ ਮੇਨ ਇਸ਼ੂ ਬਣੀ ਹੈ ਇਹਨਾਂ ਦੀ, ਪੈਸੇ ਇਕੱਠੇ ਕਰਨਾ ਸਰਕਾਰ ਲਈ। ਜੀ, ਜਿਹੜੀ ਮੇਨ ਇਸ਼ੂ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਹੁੰਦੀ ਹੈ ਨਾ, ਪੁਲਿਸ ਇੱਥੇ ਆ, ਪੁਲਿਸ ਕਿੰਨੀ ਕੁ ਵਾਰੀ ਤੁਹਾਡੀ ਸਿਕਿਉਰਿਟੀ ਤੇ ਆਉਂਦੀ ਹੈ ਇੱਥੇ, ਕਿੰਨੀ ਕੁ ਵਾਰੀ ਇਹ ਮਰਡਰ ਸੋਲਵ ਕਰਦੀ ਹੈ, ਕਿੰਨੀ ਕੁ ਵਾਰੀ ਇਹ ਚੋਰੀਆਂ ਸੋਲਵ ਕਰਦੀ ਹੈ, ਕਿੰਨੀ ਕੁ ਵਾਰੀ ਇਹ ਡਾਕੇ ਸੋਲਵ ਕਰਦੀ ਹੈ, ਲੋਕਾਂ ਨੂੰ ਧਮਕੀਆਂ ਮਿਲਦੀਆਂ ਕਿੰਨੀ ਕੁ ਵਾਰੀ ਸੋਲਵ ਕਰਦੇ ਆ। ਸੋ ਤੁਸੀਂ ਐਨਾਲਾਈਜ਼ ਕਰੋ ਨਾ 100% ਜਿਹੜਾ ਟਾਈਮ ਆ ਉਹਦੇ 'ਚੋਂ ਕਿੰਨੇ % ਇਹ ਤੁਹਾਡੀ ਸਿਕਿਉਰਿਟੀ ਤੇ ਐਕਚੁਅਲੀ ਖਰਚਦੇ ਆ, ਤੇ ਕਿੰਨੇ % ਇਹ ਟਿਕਟ ਕਲੈਕਸ਼ਨ ਤੇ ਲੱਗੇ ਰਹਿੰਦੇ ਕਿੰਨੇ ਆ। % ਐਕਚੁਅਲੀ ਟਿਕਟਾਂ, ਜਿਹੜਾ ਮੈਜੋਰਿਟੀ ਕੰਮ ਹੈ ਇਹਨਾਂ ਦਾ ਉਹ ਟਿਕਟਾਂ ਦੇਣ ਦਾ ਹੈ। ਹਾਂਜੀ, ਕਿ ਜਿਹੜੀ ਕਿ ਸੁਰੱਖਿਆ ਚਾਹੀਦੀ ਹੁੰਦੀ ਆ, ਜੇ ਤੁਹਾਨੂੰ ਕਿਤੇ ਸੁਰੱਖਿਆ ਦੀ ਲੋੜ ਆ, ਤੁਸੀਂ ਦੇਖਿਓ ਕਿਸੇ ਲੜਾਈ ਹੁੰਦੀ ਹੋਵੇ, ਤੁਸੀਂ ਪੁਲਿਸ ਨੂੰ ਕਾਲ ਕਰੋਗੇ ਤਾਂ ਕਿੰਨਾ ਹੀ ਚਿਰ ਆਉਂਦੇ ਹੀ ਨਹੀਂ। ਹਾਂਜੀ, ਉਹ ਫਿਰ ਉਹਨਾਂ ਨੂੰ ਪੁੱਛੇ ਵੀ ਇੰਨੇ ਪੁਲਿਸ ਆਫੀਸਰ ਤਾਂ ਸਾਡੇ ਹੈਗੇ ਆ ਸਰੀ ਦੇ ਵਿੱਚ, ਤਾਂ ਉਹਨਾਂ ਦੇ ਵਿੱਚੋਂ ਆਇਆ ਕਿਉਂ ਨਹੀਂ? ਜੀ, ਫਿਰ ਇਹ ਹਮੇਸ਼ਾ ਬਹਾਨੇ ਲਾਉਂਦੇ ਆ ਕਿ ਦੇਖੋ ਜੀ ਸਾਡੀ ਪੁਲਿਸ ਨੂੰ ਟਰਾਮਾ ਆ। ਜਿਹੜਾ ਬੰਦਾ ਕੋਈ ਪੁਲਿਸ ਦੇ ਵਿੱਚ ਭਰਤੀ ਹੋਇਆ ਨਾ, ਉਹਨੇ ਤਾਂ ਕ੍ਰਾਈਮ ਦੇਖਣਾ ਹੀ ਦੇਖਣਾ ਹੈ। ਹਾਂਜੀ, ਤਾਂ ਜੇ ਇਹਨੂੰ ਕ੍ਰਾਈਮ ਦੀ ਦਿਸ਼ਾ ਦੇਖ ਕੇ ਕੋਈ ਚੀਜ਼ ਤਾਂ ਉਹਨੂੰ ਟਰਾਮਾ ਹੋ ਜਾਂਦਾ, ਤਾਂ ਉਹਨੂੰ ਕਹਿਣਾ ਚਾਹੀਦਾ ਭਾਈ ਤੂੰ ਕੋਈ ਹੋਰ ਕੰਮ ਕਰ। ਜੀ ਡਾਕਟਰ ਸਾਹਿਬ, ਦੇਖੋ ਜਦੋਂ ਵੀ ਇਹ ਜੁਆਇਨ ਕਰਦੇ, ਜਿਹੜਾ ਬੰਦਾ ਡਿਸਾਈਡ ਕਰਦਾ ਕਿ ਉਹਨੇ ਜਾਣਾ ਪੁਲਿਸਿੰਗ ਦੇ ਵਿੱਚ ਜਾਣਾ, ਤਾਂ ਉਹਨੂੰ ਪਤਾ ਹੁੰਦਾ ਕਿ ਜਿਹੜਾ ਹਰ ਰੋਜ਼ ਦਾ ਉਹਦਾ ਕੰਮ ਆ, ਉਹਨੂੰ ਅਜਿਹੇ ਕੇਸਿਸ ਦੇ ਨਾਲ ਡੀਲ ਕਰਨਾ ਪੈਣਾ। ਸਿਕਿਉਰਿਟੀ ਦਾ ਉਹਨਾਂ ਨੇ ਕੰਮ ਕਰਨਾ, ਉਹਦੇ ਵਿੱਚ ਹਰ ਤਰ੍ਹਾਂ ਦੇ ਕੇਸ ਆਉਂਦੇ ਆ। ਪਰ ਉਸ ਤੋਂ ਬਾਅਦ ਜਿਵੇਂ ਪਿੱਛੇ ਜੇ ਇੱਕ ਰਿਪੋਰਟ ਵੀ ਆਈ ਸੀ, ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਜਿਹੜੇ RCMP ਆਫੀਸਰਸ ਹੈਗੇ ਆ, ਉਹ ਕਾਫੀ ਜ਼ਿਆਦਾ ਉਹਨਾਂ ਦਾ ਸਟ੍ਰੈਸ ਲੈਵਲ ਆ ਜਿਹੜਾ ਅਪ ਰਹਿੰਦਾ, ਉਹਨਾਂ ਨੂੰ ਜਿਹੜੀ ਮੈਂਟਲ ਜਿਹੜੀ ਕੰਡੀਸ਼ਨ ਹੁੰਦੀ ਹੈ ਖਰਾਬ ਰਹਿੰਦੀ, ਇਸ ਕਰਕੇ ਉਹਨਾਂ ਨੂੰ ਜ਼ਿਆਦਾ ਛੁੱਟੀਆਂ ਤੇ ਵੀ ਜਾਣਾ ਪੈਂਦਾ। ਹੁਣ ਜਦੋਂ ਤੁਸੀਂ ਫੌਜ ਦੇ ਵਿੱਚ ਬੰਦਾ ਭਰਤੀ ਕਰਦੇ ਆ, ਉੱਥੇ ਲੜਾਈ ਲੱਗ ਜਾਵੇ ਤਾਂ ਬੰਦੇ ਜਦੋਂ ਫਰੰਟ ਲਾਈਨ ਤੇ ਜਾਂਦੇ ਆ ਤਾਂ ਉਹ ਕਹਿਣ ਮੈਨੂੰ ਤਾਂ ਹੁਣ ਟਰਾਮਾ ਹੋ ਗਿਆ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਲੜਦੇ ਆ ਬੰਦੇ, ਗੋਲੀਆਂ ਮਾਰਦੇ ਆ। ਵੀ ਉਹਨੂੰ ਪੁੱਛੇ ਵੀ ਤੈਨੂੰ ਕਪਾਹ ਚੁਗਣ ਲਈ ਰੱਖਿਆ ਸੀ ਇੱਥੇ? ਜੀ, ਜਦੋਂ ਭਰਤੀ ਹੋਣਾ ਆ ਤੈਨੂੰ ਪਤਾ ਨਹੀਂ ਸੀ ਵੀ ਲੜਾਈ ਹੁੰਦੀ ਆ ਫੌਜ ਦੇ ਵਿੱਚ? ਹਾਂਜੀ, ਜਿਹੜਾ ਬੰਦਾ RCMP ਚ ਪੁਲਿਸ ਦੇ ਵਿੱਚ ਭਰਤੀ ਹੋਇਆ, ਉਹਨਾਂ ਨੂੰ ਇੰਨਾ ਤਾਂ ਕਲੀਅਰ ਮਾਈਂਡ ਹੋਣਾ ਚਾਹੀਦਾ ਹੈ, ਇੰਨਾ ਤਾਂ ਸਟਰੋਂਗ ਮਨ ਹੋਣਾ ਚਾਹੀਦਾ ਕਿ ਕ੍ਰਾਈਮ ਦੇ ਨਾਲ ਡੀਲ ਕਰਨਾ ਹੈ। ਜੀ ਦੇਖੋ ਡਾਕਟਰ ਸਾਹਿਬ, ਜਦੋਂ ਵੀ ਕੋਈ ਇਹੋ ਜਿਹੀਆਂ ਪੋਸਟਾਂ ਨਿਕਲਦੀਆਂ ਨੇ, ਉਹਦੇ ਦੇ ਉੱਪਰ ਕਲੀਅਰਲੀ ਸ਼ਬਦਾਂ ਦੇ ਵਿੱਚ ਲਿਖਿਆ ਹੁੰਦਾ ਵੀ ਉਹਨਾਂ ਨੂੰ ਕਿਹੋ ਜਿਹੀ ਸਿਚੁਏਸ਼ਨ ਦੇ ਨਾਲ ਡੀਲ ਕਰਨਾ ਪੈ ਸਕਦਾ। ਉਹਦੇ 'ਚ ਉਹਨਾਂ ਨੇ ਸਾਰੀਆਂ ਰਿਕੁਆਇਰਮੈਂਟਸ ਲਿਖੀਆਂ ਹੁੰਦੀਆਂ ਨੇ ਉਸ ਪੋਸਟ ਦੇ ਨਾਲ ਰਿਲੇਟਡ। ਅਸੀਂ ਇਹ ਸਾਰਾ ਕੁਝ ਪੜ੍ਹਨ ਤੋਂ ਬਾਅਦ ਹੀ ਜਾਂਦੇ ਹਾਂ, ਬਾਅਦ ਹੀ ਐਂਟਰ ਕਰਦੇ ਹਾਂ। ਨਹੀਂ, ਵੈਸੇ ਵੀ ਨਾਰਮਲੀ ਤੁਸੀਂ ਸੋਚ ਲਓ ਵੀ ਜਦੋਂ ਮੈਂ RCMP ਦੇ ਵਿੱਚ, ਮੈਂ ਪੁਲਿਸ ਦੇ ਵਿੱਚ ਭਰਤੀ ਹੋਣ ਜਾ ਰਿਹਾ ਤਾਂ ਉੱਥੇ ਮੈਂ ਕੀ ਕਰਨਾ ਹੈ? ਮੈਂ ਕ੍ਰਾਈਮ ਨੂੰ ਫਾਈਟ ਕਰਨਾ, ਮੈਂ ਸਿਕਿਉਰਿਟੀ ਪ੍ਰੋਵਾਈਡ ਕਰਨੀ ਲੋਕਾਂ ਨੂੰ, ਇਹ ਤਾਂ ਮੋਟੋ ਆ ਨਾ ਦਿੰਦੇ। ਹਾਂਜੀ, ਤਾਂ ਉਹਦੇ ਵਿੱਚੋਂ ਦੇਖੋ ਕਿ ਜੇ ਇਹ 100 ਘੰਟੇ ਲਾਉਂਦੇ ਆ ਤਾਂ 100 ਘੰਟਿਆਂ ਦੇ ਵਿੱਚੋਂ ਕਿੰਨੇ ਇਹ ਕਾਉਂਸਲਿੰਗ ਇਹਨਾਂ ਨੂੰ ਮਿਲ ਰਹੀ ਹੈ। ਇਹਨਾਂ ਨੂੰ ਕਾਉਂਸਲਿੰਗ ਦੇ ਬਹੁਤ ਪੈਸੇ ਖਰਚ ਹੁੰਦੇ ਆ। ਹਾਂਜੀ, ਇਹ ਲੋਕਾਂ ਦੇ ਨਾਲ ਸਾਂਝੇ ਨਹੀਂ ਕਰਦੇ ਪੈਸੇ। ਕਾਉਂਸਲਰ ਜਿਹੜੇ ਇਹਨਾਂ ਦੇ ਨਾਲ ਸਾਈਕੀਐਟ੍ਰਿਕ ਕਾਉਂਸਲਰ ਰੱਖੇ ਆ ਨਾ, ਤੇ ਇਹ ਮਾੜੀ ਜਿਹੀ ਕਿਤੇ ਲੜਾਈ ਦੇਖ ਕੇ ਆਉਂਦੇ ਤਾਂ ਇਹਨੂੰ ਕਾਉਂਸਲਿੰਗ ਦਿੰਦੇ ਆ। ਹਾਂਜੀ, ਵੀ ਇਹ ਇੰਨੇ ਹੀ ਸੈਂਸਿਟਿਵ ਹੈ ਤਾਂ ਪੁਲਿਸ 'ਚ ਕੀ ਕਰਦੇ ਆ? ਜੀ, ਤੇ ਬਹੁਤੀ ਜਗ੍ਹਾ ਤੇ ਤੁਸੀਂ ਬੈਠੇ ਦੇਖੋਗੇ ਕੌਫੀ ਪੀਂਦੇ ਆ, ਡੋਨਟ ਖਾਣ ਲੱਗੇ ਆ। ਇਹ ਕਿਹੜਾ ਕ੍ਰਾਈਮ ਹੈ? ਡੋਨਟ ਨੇ ਕੀ ਕ੍ਰਾਈਮ ਕੀਤਾ ਹੈ ਜਿਹੜਾ ਤੁਸੀਂ ਖਾਣ ਲੱਗੇ ਹੋ ਉਹਨੂੰ? ਜੀ, ਆ ਜਿਹੜੀ 300 ਬੰਦੇ ਦੀ ਗੱਲ ਕਰਨੀ ਆ ਹੁਣ, ਇਹ ਅਸੰਪਸ਼ਨ ਆ, ਉਹ ਅਸੰਪਸ਼ਨ ਉਹਦੀ ਗੋਲਡਨ ਹੌਕ ਦੀ ਠੀਕ ਵੀ ਹੈ। ਉਹਨੂੰ ਇਹ ਨਾ ਪਤਾ ਕਿ ਆਮ ਵੋਟਰ ਜਿਹੜਾ, ਉਹਨੇ ਇਹ ਐਨਾਲਾਈਜ਼ ਨਹੀਂ ਕਰਨਾ ਵੀ ਕੀ ਇਹਦੀ ਲੋੜ ਕੀ ਹੈ। ਜੇ ਆ ਪ੍ਰੈਜ਼ੈਂਟ ਕਿੰਨੀ ਸਾਡੀ ਸਟਰੈਂਥ ਆ ਪੁਲਿਸ ਦੀ, ਜੇ ਇਹ ਨਹੀਂ ਡੀਲ ਕਰ ਸਕਦੇ, ਇਹਨਾਂ ਦਾ ਪਹਿਲਾਂ ਤਾਂ ਟਾਈਮ ਦੇਖੋ ਨਾ, ਕਿੰਨਾ ਟਾਈਮ ਇਹ ਐਕਚੁਅਲੀ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ, ਕਿੰਨਾ ਟਾਈਮ ਪੈਸੇ ਇਕੱਠੇ ਕਰਦੇ ਆ।
ਸਰਕਾਰ ਲਈ ਤੇ ਕਿੰਨਾ ਟਾਈਮ ਇਹ ਵੈਸੇ ਹੀ ਜਾਇਆ ਕਰਦੇ। ਡਾਕਟਰ ਸਾਹਿਬ ਦੇਖੋ ਸਰੀ ਫਸਟ ਨੇ ਇੱਕ ਸਟੇਟਮੈਂਟ ਵੀ ਇਸ਼ੂ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਮੌਜੂਦਾ ਮੇਅਰ ਹੈਗੇ ਡਗ ਮੈਕੈਲਮ ਸਾਹਿਬ, ਉਹਨਾਂ ਨੇ 2018 ਵਿੱਚ ਚੁਣੇ ਜਾਣ ਤੋਂ ਬਾਅਦ ਕਿਸੇ ਵੀ ਨਵੇਂ ਪੁਲਿਸ ਆਫੀਸਰ ਨੂੰ ਨਿਯੁਕਤ ਨਹੀਂ ਕੀਤਾ, ਪਰ ਇਹਦਾ ਰੌਲਾ ਬਹੁਤ ਜ਼ਿਆਦਾ ਪਾਇਆ ਉਹਨਾਂ ਨੇ। ਦੇਖੋ ਉਹਨਾਂ ਨੇ ਵੀ ਜਿਹੜੀ ਟ੍ਰਾਂਜੀਸ਼ਨ ਦੀ ਇਸ਼ੂ ਬਣਾਈ ਸੀ, ਬਰਿੰਡਾ ਲੋਕ ਨੇ ਇਹ ਗੱਲ ਕੀਤੀ ਸੀ ਉਹਨਾਂ ਨੇ ਕਿ ਤੁਸੀਂ ਜਿਹੜੀ ਹਰ ਇੱਕ ਜਦੋਂ ਗੱਲ ਕਰਦੇ ਆ ਨਾ ਸਰਕਾਰ ਦੇ ਵਿੱਚ, ਪਹਿਲਾਂ ਅਸੀਂ ਡੀਲ ਕਰਦੇ ਹਾਂ ਵੀ ਉਹਦਾ ਆਰਥਿਕ ਪੱਖ ਕੀ ਹੈ, ਹਾਂਜੀ, ਕਿੰਨੀ ਕਾਸਟ ਕਰਨੀ ਹੈ, ਇੱਕ ਪ੍ਰੋਪਰ ਪਲਾਨ ਹੋਣਾ ਚਾਹੀਦਾ, ਪਲਾਨ ਹੋਣੀ ਚਾਹੀਦੀ ਨਾ ਜੀ। ਜਿੰਨੇ ਇਹਨਾਂ ਨੇ ਪਲਾਨ ਕੀਤੀ ਸੀ ਵੀ ਇੰਨੇ ਅਫਸਰ ਆਉਣੇ ਆ, ਸਰੀ ਪੁਲਿਸ ਦੇ ਵਿੱਚ ਇੰਨੇ ਆਉਣੇ ਆ, ਉਹ ਅੱਜ ਤਾਈਂ ਨਹੀਂ ਆਏ। ਹਾਂਜੀ। ਅੱਛਾ, ਦੂਸਰਾ ਜਿੰਨੀ ਕਾਸਟ ਵੱਧ ਰਹੀ ਆ ਉਹਦੇ ਹਿਸਾਬ ਦੇ ਨਾਲ ਤੇ ਕੀ ਆਰਸੀਐਮਪੀ ਸਾਡੇ ਕੋਲ ਬਿਹਤਰ ਰਹਿਣੀ ਸੀ ਜਾਂ ਸਾਨੂੰ ਇਹ ਪੁਲਿਸ ਬਿਹਤਰ ਰਹਿਣੀ ਹੈ, ਜਾਂ ਪੁਲਿਸ ਜਿਹੜੀ ਇਹਨਾਂ ਨੇ ਹੁਣ ਨਵੀਂ ਰਿਪੋਰਟ BC ਸਰਕਾਰ ਨੇ ਕੱਢੀ ਹੈ ਕਿ ਸਾਨੂੰ ਰੀਜਨਲ ਪੁਲਿਸ ਚਾਹੀਦੀ ਹੈ, ਸਾਨੂੰ BC ਦੀ ਪੁਲਿਸ ਚਾਹੀਦੀ ਹੈ, ਹੋ ਸਕਦਾ ਰੀਜਨਲ ਹੋਵੇ, ਸਕਦਾ BC ਦੀ ਪੁਲਿਸ ਹੋਵੇ, ਫਿਰ ਇਹ ਟ੍ਰਾਂਜੀਸ਼ਨ ਹੋ ਜਾਣੀ ਇੱਕ ਹੋਰ। ਜੀ। ਅਸੀਂ ਤਾਂ ਜਿਹੜੇ ਟੈਕਸ ਪੇਅਰ ਆ ਉਹ ਤਾਂ ਪੈਸੇ ਦੇਈ ਜਾਣਗੇ, ਟ੍ਰਾਂਜੀਸ਼ਨ ਲਈ ਦੇਈ ਜਾਣਗੇ। ਹਾਂਜੀ। ਤੇ ਕੀ ਇਫੈਕਟਿਵ ਤਰੀਕਾ ਕਿਹੜਾ ਆ ਸਿਕਿਉਰ ਕਰਨ ਨੂੰ ਆਪਣੀ ਸੁਸਾਇਟੀ ਨੂੰ? ਜੀ। ਕੀ ਇਹ 300 ਬੰਦੇ ਹੋਰ ਭਰਤੀ ਕਰਨਾ ਇਹ ਸਰੀ ਬਹੁਤ ਸਿਕਿਉਰ ਹੋ ਜਾਣੀ? ਹੁਣ ਤੱਕ ਦਾ ਕੀ ਰੈਕਡ ਹੈ ਇਹਨਾਂ ਦਾ? ਜੀ। ਸੋ ਜਿਹੜੀ ਹੁਣ ਮੇਅਰ ਦੀ ਗੱਲ ਕਰਦੇ ਆ ਉਹ ਇਸ ਬਾਰੇ ਗੱਲ ਹੀ ਨਹੀਂ ਕਰਦੇ। ਉਹਨਾਂ ਨੇ ਤਾਂ ਸੋਚਿਆ ਵੀ ਆਪਣੇ ਦੌੜੀ ਚੱਲੋ ਤੇ ਨਵੀਆਂ ਅਨਾਉਂਸਮੈਂਟ ਕਰੋ। ਉਹਨਾਂ ਨੇ ਪਿੱਛੇ ਜੇ ਕੱਲ ਹੀ ਅਨਾਉਂਸਮੈਂਟ ਕੀਤੀ ਹੈ ਕਿ 60,000 ਸੀਟਾਂ ਦਾ ਇੱਕ ਸਟੇਡੀਅਮ ਬਣਾਉਣਾ। ਹਾਂਜੀ। ਨਾਲ ਹੁਣ ਬਹੁਤ ਸੋਹਣੀ ਲੱਗਦੀ ਗੱਲ ਵੀ ਸਰੀ ਦੇ ਕੋਲ ਵੈਨਕੂਵਰ ਨਾਲ ਵੱਡਾ ਸਟੇਡੀਅਮ ਹੋਣਾ, ਕਿਉਂਕਿ ਉਹਨਾਂ ਦੇ ਸਟੇਡੀਅਮ ਵਿੱਚ 53,000 ਸੀਟਾਂ ਹੈ। ਹਾਂਜੀ। ਪਰ ਤੁਸੀਂ ਇਹ ਦੇਖੋ ਕਿ BC ਦੇ ਵਿੱਚ 3 ਵੱਡੀਆਂ ਪ੍ਰੋਫੈਸ਼ਨਲ ਟੀਮਸ ਆ ਤੇ ਤਿੰਨੇ ਹੀ ਵੈਨਕੂਵਰ 'ਚ। ਹਾਂਜੀ। ਜਿਹੜੀ ਕਨਕਸ ਆ ਹਾਕੀ ਖੇਲਦੇ ਆ ਉਹ ਤਾਂ GM ਪਲੇਸ 'ਚ ਖੇਲਦੇ ਆ। BC ਲਾਇਨਸ ਵਾਲਿਆਂ ਲਈ ਤੇ ਸੌਕਰ ਵਾਲੀ ਜਿਹੜੀ ਟੀਮ ਆ ਵਾਈਟ ਕੈਪਸ, ਉਹ ਇੱਥੇ ਸਟੇਡੀਅਮ ਦੇ ਵਿੱਚ ਖੇਲਦੇ ਆ। ਅੱਜ ਤਾਈਂ ਇਹਨਾਂ ਦੇ ਕੋਲ ਕਦੇ ਸਟੇਡੀਅਮ ਨਹੀਂ ਭਰਿਆ ਵੈਨਕੂਵਰ ਦੇ ਵਿੱਚ। ਹਾਂਜੀ। 53,000 ਬੰਦਾ ਆ। ਸਰੀ ਵਾਲਿਆਂ ਦੇ ਕੋਲ ਕੀ ਨੁਕਤਾ ਆ ਵੀ ਇਹਨਾਂ ਨੇ 60,000 ਭਰ ਦਿਆ ਕਰਨਾ। ਡਾਕਟਰ ਸਾਹਿਬ ਦੇਖੋ, ਜਿਵੇਂ ਹੀ ਕੱਲ ਇਹ ਅਨਾਉਂਸਮੈਂਟ ਡਗ ਮੈਕੈਲਮ ਦੀ ਆਈ ਕਿ 60,000 ਸੀਟਾਂ ਵਾਲਾ ਉਹਨਾਂ ਨੇ ਸਟੇਡੀਅਮ ਬਣਾਉਣਾ ਸਰੀ ਦੇ ਵਿੱਚ, ਟਵਿੱਟਰ ਦੇ ਉੱਪਰ ਉਸੇ ਵਕਤ ਇਸ ਚੀਜ਼ ਦੇ ਉੱਪਰ ਡਿਸਕਸ਼ਨ ਸ਼ੁਰੂ ਹੋ ਗਈ। ਇੰਨੇ ਸਾਰੇ ਲੋਕਾਂ ਨੇ ਸਵਾਲ ਚੁੱਕੇ ਆ। ਮੈਕੈਲਮ ਸਾਹਿਬ ਦਾ ਤਾਂ ਸਿਰਫ ਇੱਕੋ ਹੀ ਇੱਕ ਉਦੇਸ਼ ਹੈ, ਵੈਸੇ ਸਭ ਨੂੰ ਪਤਾ ਹੀ ਹੈ ਕਿ ਵੱਡੇ ਚੁਣਾਵੀ ਵਾਅਦੇ ਕੀਤੇ ਜਾਣ, ਉਹ ਤਾਂ ਬਾਅਦ ਦੇ ਵਿੱਚ ਦੇਖਿਆ ਜਾਊਗਾ ਕਿ ਉਹਨਾਂ ਨੂੰ ਪੂਰਾ ਕਰਨਾ ਜਾਂ ਨਹੀਂ ਕਰਨਾ। ਇਹਨਾਂ ਦਾ ਜਿਹੜਾ ਪਹਿਲਾ ਮਕਸਦ ਤਾਂ ਇਹੀ ਹੈ ਕਿ ਵੱਡੇ ਵਾਅਦੇ ਕਰਕੇ ਲੋਕਾਂ ਨੂੰ ਲੁਭਾਇਆ ਜਾਵੇ। ਪਰ ਇਸ਼ੂ ਤਾਂ ਹੈਗੀ ਹੈ ਵੀ ਜਦੋਂ ਤੁਸੀਂ ਵਾਅਦਾ ਵੀ ਕਰਦੇ ਆ, ਜਿਹਦਾ 300 ਪੁਲਿਸ ਵਾਲੇ ਕਰ ਦੇਣੇ ਆ, ਅਸੀਂ 60,000 ਦਾ ਸਟੇਡੀਅਮ ਬਣਾ ਦੇਣਾ, ਕੀ ਇਸ ਵੇਲੇ ਸਰੀ ਦੇ ਲੋਕਾਂ ਨੂੰ ਇਹ ਚੀਜ਼ਾਂ ਦੀ ਲੋੜ ਹੈ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੈ? ਹਾਂਜੀ। ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹਨਾਂ ਲਈ ਤਾਂ 4 ਸਾਲਾਂ ਬਾਅਦ ਹੋਣ ਲੱਗੇ ਸੀ। ਆ ਕਈ ਜਗ੍ਹਾ ਤੇ ਮੈਂ ਦੇਖਦਾ, ਤੁਸੀਂ ਵੀ ਦੇਖਦੇ ਹੋਣੇ ਆ ਕਿ ਰੋਡ ਕਲੋਜ਼ਰ ਬਹੁਤ ਜ਼ਿਆਦਾ ਆ। ਜੀ ਡਾਕਟਰ ਸਾਹਿਬ, ਸਰੀ 'ਚ ਕੰਸਟਰਕਸ਼ਨ ਚੱਲ ਰਹੀ ਹੈ ਚਾਰੇ ਪਾਸੇ। 4 ਸਾਲਾਂ ਬਾਅਦ ਸੁਰਤ ਆਈ ਆ ਇਹਨਾਂ ਨੂੰ ਵੀ ਅਸੀਂ ਸਾਡੀਆਂ ਸੜਕਾਂ ਠੀਕ ਨਹੀਂ। ਹਾਂਜੀ। ਫਿਰ ਦੇਖੋ ਵੀ ਸਰੀ ਦੇ ਵਿੱਚ ਹਰੇਕ ਸਾਲ ਹੀ ਇੱਥੇ ਵੀ ਸਨੋ ਪੈਂਦੀ ਹੈ। ਹਾਂਜੀ। ਤੇ ਸਨੋ ਕੌਣ ਸਾਫ਼ ਕਰਦਾ ਕੋਈ ਨਹੀਂ ਕਰਦਾ ਡਾਕਟਰ ਸਾਹਿਬ। ਹਰ ਜਗ੍ਹਾ ਤੇ ਪਾਰਕਿੰਗ ਟਿਕਟ ਦੇਣ ਲਈ ਬੰਦੇ ਖੜੇ ਹੁੰਦੇ ਇਹਨਾਂ ਨੇ। ਹਾਂਜੀ। ਉਹ ਵੀ ਰੈਵਨਿਊ ਕਲੈਕਸ਼ਨ ਹੀ ਹੈ, ਜਿਹਨੂੰ ਕਹਿੰਦੇ ਕਿ ਅਸੀਂ ਬਾਈ ਲਾਅ ਬੰਦੇ ਬਹੁਤ ਹਾਇਰ ਕੀਤੇ ਆ। ਬਾਈ ਲਾਅ ਵਾਲੇ ਇਦਾਂ ਰੱਖੇ ਹੁੰਦੇ ਆ ਵੀ ਜੇ ਇੱਕ ਬੰਦਾ 60,000 ਦੀ ਤਨਖਾਹ ਤੇ ਰੱਖਿਆ ਨਾ ਤਾਂ ਉਹ ਇਹਨਾਂ ਲਈ 6 ਮਿਲੀਅਨ ਇਕੱਠਾ ਕਰੇ, ਇਸ ਹਿਸਾਬ ਦੇ ਨਾਲ ਇਕੱਠੇ ਕਰਦੇ ਆ। ਹੁਣ 60,000 ਦਾ ਸਟੇਡੀਅਮ ਜਿਹੜਾ ਬਣਾਉਣਾ ਆ, ਕਿਹੜੀ ਟੀਮ ਹੈ ਇੱਥੇ ਜਿਹੜੀ ਆਈ ਹੈ ਜੀ ਜਿਹਦੇ ਲਈ ਸਟੇਡੀਅਮ ਬਣਾਉਣਾ ਹੈ? ਵੈਨਕੂਵਰ ਵਾਲੇ ਪਹਿਲਾਂ ਕਹਿੰਦੇ ਸੀ ਕਿ ਅਸੀਂ ਬੇਸਬਾਲ ਦੀ ਟੀਮ ਲਿਆਉਣੀ ਹੈ, ਪਹਿਲਾਂ ਵਾਅਦਾ ਕਰਦੇ ਹੁੰਦੇ ਸੀ, ਤੇ ਕੋਈ ਨਹੀਂ ਆਈ ਅੱਜ ਤਾਈਂ। ਬੇਸਬਾਲ ਦੀ ਕੋਈ ਟੀਮ ਨਹੀਂ ਆਈ। ਜਿਹੜੀ ਇੱਕ ਉਹਨਾਂ ਦੇ ਕੋਲ ਬਾਸਕਟਬਾਲ ਦੀ ਟੀਮ ਪਹਿਲਾਂ ਇੱਥੇ ਥੋੜਾ ਚਿਰ ਰਹੀ ਆ, ਉਹ ਵੀ ਨੱਠ ਗਿਆ ਸੀ, ਕਿਉਂਕਿ ਦੇਖਣ ਵਾਲੇ ਬਹੁਤ ਘੱਟ ਆ ਜੀ। ਜਾਂਦੇ ਹੀ ਨਹੀਂ ਲੋਕ ਦੇਖਣ ਨੂੰ, ਸਟੇਡੀਅਮ ਦੇ ਵਿੱਚ ਟਿਕਟਾਂ ਲੈ ਕੇ ਉੱਥੇ ਬੈਠ ਕੇ ਦੇਖਣ ਲਈ।
ਤੁਸੀਂ ਅਮਰੀਕਾ ਦੇ ਵਿੱਚ ਕਲਚਰ ਬਣਿਆ ਆ, ਉਹਨਾਂ ਦੇ ਕੋਲ ਕਲਚਰ ਇਹ ਆ ਵੀ ਡੋਮੀਨੇਟ ਕਰਦੇ ਆ, ਓਲੰਪਿਕਸ ਨੂੰ ਡੋਮੀਨੇਟ ਕਰਦੇ ਆ ਵਰਲਡ ਬਾਡੀਜ਼ ਦੇ ਵਿੱਚ। ਜਿਹੜੀ ਵੀ ਸਪੋਰਟਸ ਦੇ ਵਿੱਚ ਜਿੰਨੇ ਵੀ ਸਟੇਡੀਅਮ ਬਣੇ ਆ ਖਚਾ ਖਚ ਭਰੇ ਪਏ ਹੁੰਦੇ ਆ, ਕਿਉਂਕਿ ਉਹਨਾਂ ਦੇ ਕੋਲ ਟੀਮਾਂ ਬਹੁਤ ਆ। ਹਾਂਜੀ, ਹਰ ਖੇਤਰ ਦੇ ਵਿੱਚ ਆ। ਬੇਸਬਾਲ ਦੀਆਂ ਟੀਮਾਂ ਆ, ਫੁੱਟਬਾਲ ਦੀਆਂ ਟੀਮਾਂ ਆ, ਬਾਸਕਟਬਾਲ ਦੀਆਂ ਟੀਮਾਂ। ਈਵਨ ਉਹ ਹੈਰਾਨ ਸੀ ਜਦੋਂ ਪਹਿਲਾਂ ਇੱਥੇ ਸੌਕਰ ਕੱਪ ਹੋਇਆ ਨਾ, ਵਰਲਡ ਕੱਪ ਸੌਕਰ, ਫੁੱਟਬਾਲ ਜਿਹਨੂੰ ਵੈਸੇ ਕਹਿੰਦੇ, ਉਹਦੇ ਵਿੱਚ ਉਹ ਕਹਿੰਦੇ ਕਿ ਅਮਰੀਕਾ ਦੇ ਵਿੱਚ ਵੈਸੇ ਨਾਰਮਲੀ ਤਾਂ ਫੁੱਟਬਾਲ ਲੋਕੀ ਨਹੀਂ ਖੇਲਦੇ, ਹੁਣ ਯੰਗਸਟਰ ਖੇਲਣ ਲੱਗੇ ਆ। ਜਦੋਂ ਇਹਨਾਂ ਨੇ ਵਰਲਡ ਕੱਪ ਕਰਾਇਆ ਸੀ ਉਦੋਂ ਨਹੀਂ ਸੀ ਖੇਲਦੇ, ਪਰ ਫਿਰ ਵੀ ਇਹਨਾਂ ਦੇ ਸਟੇਡੀਅਮ ਖਚਾ ਖਚ ਭਰੇ ਸੀ। ਔਰ ਦੂਸਰੀ ਵੱਡੀ ਗੱਲ ਉਹ ਦੇਖਦੇ ਸੀ ਯੂਰਪੀਅਨ ਇੱਥੇ ਆ ਕੇ, ਉਹ ਕਹਿੰਦੇ ਕਿ ਅਮਰੀਕਨ ਸਟੇਡੀਅਮ ਭਰੇ ਪਏ, ਫਿਰ ਉੱਥੇ ਸਟੇਡੀਅਮ 'ਚ ਬੈਠੇ ਸ਼ਰਾਬ ਪੀ ਰਹੇ, ਕਹਿੰਦੇ ਬੀਅਰ ਪੀ ਰਹੇ ਆ, ਤਾਂ ਕੋਈ ਲੜਾਈ ਨਹੀਂ ਹੋਈ। ਯੂਰਪ ਦੇ ਵਿੱਚ ਤਾਂ ਲੜ ਪੈਂਦੇ ਉਹ, ਹਾਂਜੀ, ਇੱਕ ਦੂਜੇ ਦਾ ਸਿਰ ਪਾੜਦੇ ਆ, ਜਿੱਥੇ ਇੰਗਲੈਂਡ ਵਾਲੇ ਗਏ ਹੁੰਦੇ ਜ਼ਰੂਰ ਸਿਰ ਪਾੜਦੇ ਆ। ਤੇ ਸਾਡੀ ਸਿਟੀ ਦੇ ਵਿੱਚ ਵੀ ਜਿੰਨੇ ਕੋਈ ਵਾਅਦੇ ਕਰਨੇ ਆ ਇਹਨਾਂ ਨੇ ਕਰਨ ਵਾਅਦੇ ਆਉਣ ਤਾਂ ਸ਼ੁਰੂ ਹੀ ਕੀਤੇ ਹਜੇ। ਹਾਂਜੀ, ਹਜੇ ਤਾਂ ਸ਼ੁਰੂਆਤ ਆ। ਤੁਸੀਂ ਦੇਖਿਓ 41 ਦਿਨ ਰਹਿੰਦੇ ਵੈਸੇ ਵੋਟਾਂ ਪਾਉਣ, ਐਡਵਾਂਸ ਪੋਲਿੰਗ 5 ਅਕਤੂਬਰ ਨੂੰ। ਹਾਂਜੀ, ਤੇ 41 ਦਿਨ ਹੁਣ ਵਾਅਦਿਆਂ ਦੇ ਹੀ ਆਉਣੇ ਆ। ਹਾਂਜੀ, ਤਾਂ ਇੰਨਾ ਪੱਕਾ ਪਤਾ ਹੈ ਇਹਨਾਂ ਨੂੰ ਕਿ ਲੋਕੀ ਐਨਾਲਾਈਜ਼ ਨਹੀਂ ਕਰਦੇ ਕਿ ਇਹਦਾ ਕੀ ਫਾਇਦਾ, ਇਹਦਾ ਕੀ ਨੁਕਸਾਨ ਆ। ਅਲਟੀਮੇਟਲੀ ਤੁਹਾਡੀ ਜੇਬ ਤੇ ਬੋਝ ਹੈ। ਹਾਂਜੀ, ਤੁਸੀਂ ਦੇਖੋ ਵੀ ਜੇਬ ਕਿੰਨੀ ਖਾਲੀ ਕਰਾਉਣੀ ਹੈ। ਜੀ ਬਿਲਕੁਲ, ਉਹਦਾ ਕਿਸੇ ਨੇ ਜਵਾਬ ਨਹੀਂ ਦੇਣਾ ਵੀ ਇਹ ਪੈਸੇ ਕਿੱਥੋਂ ਆਉਣੇ ਆ। ਹਾਂਜੀ, ਡਿਟੇਲਸ ਤਾਂ ਡਾਕਟਰ ਸਾਹਿਬ ਕਿਸੇ ਨੇ ਨਹੀਂ ਦੇਣੀਆਂ, ਹੁਣ ਤਾਂ ਸਿਰਫ ਵਾਅਦੇ ਹੀ ਕੀਤੇ ਜਾਣੇ ਆ, ਵਾਅਦੇ ਹੀ ਸਾਹਮਣੇ ਆਉਣੇ ਆ। ਤੇ ਵਾਅਦਿਆਂ ਦੇ ਨਾਲ ਵੋਟਾਂ ਮਿਲਣੀਆਂ, ਤੇ ਵਾਅਦੇ ਫਿਰ ਉਹਨਾਂ ਚਿਰ ਹੀ ਰਹਿਣੇ ਆ ਜਿੰਨਾ ਚਿਰ ਵੋਟਾਂ ਹੈ। ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ ਕਿ ਹੁਣ ਤਾਂ ਹਰ ਰੋਜ਼ ਸਾਨੂੰ ਨਵੇਂ-ਨਵੇਂ ਚੁਣਾਵੀ ਜਿਹੜੇ ਵਾਅਦੇ ਹੈਗੇ ਆ ਵੱਖ-ਵੱਖ ਕੈਂਡੀਡੇਟਸ ਦੇ ਵੱਲੋਂ ਸੁਣਨ ਨੂੰ ਮਿਲਣਗੇ। ਡਾਕਟਰ ਸਾਹਿਬ ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਡਾਕਟਰ ਸਾਹਿਬ ਆਪਾਂ ਇਨਫਲੇਸ਼ਨ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਇਹਨੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ, ਕਿਸ ਤਰ੍ਹਾਂ ਪੂਰੇ ਵਰਲਡ ਦੀ ਇਕਨੋਮੀ ਨੂੰ ਇਹਨੇ ਹਿਲਾ ਕੇ ਰੱਖ ਦਿੱਤਾ। ਕੈਨੇਡਾ ਦੇ ਵਿੱਚ ਜਸਟ ਇਨਫਲੇਸ਼ਨ ਦੀ ਵੀ ਗੱਲ ਹੋਈ ਤੇ ਯੂਐਸ ਦੇ ਵਿੱਚ ਵਾਈਟ ਇਨਫਲੇਸ਼ਨ ਦਾ ਵੀ ਜ਼ਿਕਰ ਹੋਇਆ। ਅੱਜ ਆਪਾਂ ਗੱਲ ਕਰਦੇ ਹਾਂ ਜੀ ਟਿਪਫਲੇਸ਼ਨ ਦੀ। ਜਿਹੜੇ ਫੂਡ ਇੰਡਸਟਰੀ ਵਾਚਰਸ ਹੈਗੇ ਆ ਉਹਨਾਂ ਦੇ ਅਨੁਸਾਰ ਜਿਹੜੇ ਕੈਨੇਡੀਅਨਸ ਹੈਗੇ ਆ ਉਹਨਾਂ ਵੱਲੋਂ ਜਦੋਂ ਡੈਬਿਟ ਤੇ ਕ੍ਰੈਡਿਟ ਕਾਰਡਸ ਤੋਂ ਪੇਮੈਂਟ ਕੀਤੀ ਜਾਂਦੀ ਆ ਤਾਂ ਉਹ ਤੋਂ ਪੇਮੈਂਟ ਕੀਤੀ ਜਾਣ ਤੋਂ ਬਾਅਦ ਟਿਪ ਵੀ ਦਿੱਤੀ ਜਾਂਦੀ ਹੈ ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ। ਹੁਣੇ ਰੀਸੈਂਟਲੀ ਇੱਕ ਸਰਵੇ ਕਰਵਾਇਆ ਗਿਆ ਸੀ ਤੇ ਉਹਦੇ ਵਿੱਚ ਸਾਹਮਣੇ ਆਇਆ ਕਿ 53% ਓਨਟੇਰੀਅਨਸ ਜਿਹੜੇ ਹੈਗੇ ਆ ਪੈਂਡੈਮਿਕ ਤੋਂ ਪਹਿਲਾਂ ਦੇ ਮੁਕਾਬਲੇ ਖਾਣਾ ਖਾਣ ਵੇਲੇ ਵਧੇਰੇ ਟਿਪਿੰਗ ਕਰਦੇ ਹੈਗੇ ਆ। ਤੇ ਡਾਕਟਰ ਸਾਹਿਬ ਦੇਖੋ ਹੁਣ 2-3 ਸਵਾਲ ਹੈਗੇ ਆ। ਨੰਬਰ 1 ਕਿ ਜਿਹੜਾ ਹੁਣ ਆਹ ਟਿਪ ਦੇ ਵਿੱਚ ਇੰਨੀ ਇਨਕਰੀਜ਼ ਹੋਈ ਹੈਗੀ ਆ ਇਹ ਕਿਸ ਕਾਰਨ ਕਰਕੇ ਹੋਈ ਹੋ ਸਕਦੀ ਆ, ਕਿਉਂਕਿ ਇਹਦੇ ਬਾਰੇ ਮਾਹਰਾਂ ਦੇ ਅਲੱਗ-ਅਲੱਗ ਵਿਚਾਰ ਨੇ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਟਿਪ ਸ਼ਬਦ ਆਉਂਦਾ ਆ ਗ੍ਰੈਚੁਇਟੀ ਅਸੀਂ ਕਹਿੰਦੇ ਇਹਨੂੰ। ਹਾਂਜੀ, ਗ੍ਰੈਚੁਇਟੀ ਦੇ ਵਿੱਚ ਦੋ ਗੱਲਾਂ ਇਨਵੋਲਵ ਹੈ। ਇੱਕ ਤਾਂ ਇਹ ਵਲੰਟੀਅਰ ਆ, ਸਾਡੇ ਕਿਸੇ ਨੇ ਧੌਣ ਤੇ ਗਨ ਨਹੀਂ ਰੱਖੀ। ਦੂਸਰੀ ਅਸੀਂ ਕਹਿੰਦੇ ਆ ਬਿਯੋਂਡ ਆਬਲੀਗੇਸ਼ਨ, ਸੋਸ਼ਲ ਨਾਰਮ, ਮਤਲਬ ਇਹ ਤੁਹਾਨੂੰ ਦੇਣੇ ਨਹੀਂ ਪੈਣੇ। ਯੈਸ, ਵੈਸੇ ਅਸੀਂ ਟਿਪ ਸਰਵਿਸ ਲਈ ਦਿੰਨੇ ਆ, ਗ੍ਰੈਚੁਇਟੀ ਦਿੰਨੇ ਆ ਤਾਂ ਕਿ ਕਿਉਂਕਿ ਅਸੀਂ ਉਹਨਾਂ ਦੀ ਸਰਵਿਸ ਤੋਂ ਖੁਸ਼ ਹਾਂ। ਹਾਂਜੀ, ਇਹ ਨਹੀਂ ਹੈ ਕਿ ਜਿੱਦਾਂ ਅਸੀਂ ਹੋਟਲ ਦੇ ਵਿੱਚ ਜਾਂਦੇ ਆ, ਹੋਟਲ ਵਾਲੇ ਸਾਨੂੰ ਆਪਣਾ ਸਮਾਨ ਚੱਕਣ ਦਾ ਉਹਨਾਂ ਦਾ ਕੰਮ ਹੈ। ਵੈਸੇ ਯੈਸ, ਉਹਨਾਂ ਨੇ EMPLOYEES ਰੱਖੇ ਹੁੰਦੇ ਆ, ਤੁਹਾਨੂੰ ਚੱਕਣ ਦੀ ਲੋੜ ਨਹੀਂ, ਉਹ ਤੁਹਾਡਾ ਚੱਕ ਕੇ ਸਮਾਨ ਲੈ ਜਾਂਦੇ ਆ, ਪਰ ਉਹ ਲੈ ਕੇ ਰੱਖਦੇ ਆ ਤੇ ਅਸੀਂ ਉਹਨਾਂ ਨੂੰ ਟਿਪ ਦੇ ਦਿੰਦੇ ਆ ਖੁਸ਼ ਹੋ ਕੇ। ਪਰ ਉਹ ਜ਼ਰੂਰੀ ਨਹੀਂ ਆ, ਉਹਨੂੰ ਐਕਚੁਅਲੀ ਹੋਟਲ ਵਾਲੇ ਵੀ ਤਨਖਾਹ ਦਿੰਦੇ ਆ। ਹੁਣ ਹੋਟਲ ਦੇ ਵਿੱਚ ਤੁਸੀਂ ਬ੍ਰੇਕਫਾਸਟ ਮੰਗਾ ਲਿਆ, ਉਹ ਥੱਲਿਓਂ ਬੰਦਾ ਲੈ ਕੇ ਆਉਂਦਾ ਰੇਹੜੀ ਜੀ, ਉਹ ਛੱਡ ਕੇ ਜਾਂਦਾ, ਉਹਨੂੰ ਫੇਰ ਵੀ ਟਿਪ ਦੇ ਦਿੰਦੇ ਤੁਸੀਂ। ਇਹ ਵਲੰਟੀਅਰ ਹੈ ਨਾ। ਹਾਂਜੀ, ਉਹਨੇ ਮੰਗਿਆ ਤਾਂ ਹੈ ਨਹੀਂ, ਉਹ ਖਾਣਾ ਤਾਂ ਫ੍ਰੀ ਨਹੀਂ ਦੇ ਕੇ ਜਾ ਰਿਹਾ, ਖਾਣੇ ਦੇ ਚਾਰਜ ਤੁਹਾਡੇ ਤੇ ਲੱਗਣੇ ਹੀ ਲੱਗਣੇ। ਫਿਰ ਉਸ ਬੰਦੇ ਨੂੰ ਵੀ ਹੋਟਲ ਨੇ ਪੇ ਕੀਤਾ ਹੈ। ਤੁਸੀਂ ਰੈਸਟੋਰੈਂਟ ਜਾਂਦੇ ਆ ਜਿੱਥੇ ਕਿ ਸਰਵਿਸ ਇੰਡਸਟਰੀ ਹੈ ਵੀ, ਇਹਦੇ ਵਿੱਚ ਅਸਿਊਮਡ ਆ ਵੈਸੇ ਕਿ ਸਰਵਿਸ ਇੰਡਸਟਰੀ ਦੇ ਵਿੱਚ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜਿਹੜੀ ਪ੍ਰੋਫਿਟ ਘੱਟ ਹੈ, ਖਾਸ ਤੌਰ ਤੇ ਜਿਹੜੇ
ਕੁੱਕਸ ਨੇ ਜਾਂ ਜਿਹੜੇ ਸਰਵ ਕਰਦੇ ਨੇ, ਜਿਹੜੇ ਉੱਥੇ ਛੋਟਾ ਮੋਟਾ ਕੰਮ ਕਰਦੇ ਨੇ, ਜਿਹੜੇ ਈਵਨ ਜਿਹੜੇ ਡਿਸ਼ ਵਾਸ਼ਰਸ ਆ, ਹੈਲਪਰਸ ਆ, ਇਹਨਾਂ ਨੂੰ ਥੋੜ੍ਹੇ ਜਿਹੇ ਤੁਸੀਂ ਓਵਰ ਐਂਡ ਅਬਵ ਜਿਹੜੇ ਰੈਸਟੋਰੈਂਟ ਵਾਲੇ ਜਿੰਨੇ ਪੇ ਕਰਦੇ ਆ ਉਹਦੇ ਉੱਪਰੋਂ ਥੋੜ੍ਹੇ ਜਿਹੇ ਤੁਸੀਂ ਵੀ ਦੇ ਆਓ। ਇਹ ਤੁਹਾਡੀ ਮਰਜ਼ੀ ਹੁੰਦੀ ਹੈ। ਹੁਣ ਸਰਵਿਸ ਤਾਂ ਤੁਸੀਂ ਤਾਂ ਹੀ ਦੇਖੋਗੇ ਜੇ ਤੁਸੀਂ ਬੈਠ ਕੇ ਖਾਣੇ ਆ। ਹਾਂਜੀ, ਲੈਟਸ ਸੇ ਤੁਸੀਂ ਬੈਠ ਕੇ ਖਾਣੇ ਆ, ਤੁਸੀਂ ਖਾਣਾ ਸਵਾਦ ਲੱਗਾ, ਤੁਸੀਂ ਅਪਰੀਸ਼ੀਏਟ ਕਰੋਗੇ ਵੀ ਉਹ ਕੁੱਕ ਨੇ ਵਧੀਆ ਬਣਾਇਆ। ਯੈਸ। ਅੱਛਾ, ਫਿਰ ਉਹ ਲੜਕੀ ਜਿਹੜੀ ਜਾਂ ਲੜਕਾ ਜਿਹੜਾ ਵੀ ਤੁਹਾਨੂੰ ਸਰਵ ਕਰਕੇ ਗਿਆ, ਉਹ ਤੁਹਾਡੇ ਉੱਤੇ ਨਹੀਂ ਡੋਲ ਕੇ ਗਿਆ। ਹਾਂਜੀ, ਉਹਨੇ ਪਿਆਰ ਨਾਲ ਸਰਵ ਕੀਤਾ। ਤੇ ਇਹਨਾਂ ਗੱਲਾਂ ਦਾ ਤੁਸੀਂ ਟਿਪ ਦਿੰਦੇ ਆ। ਹਾਂਜੀ। ਹੁਣ ਤੁਸੀਂ ਦੇਖਿਓ ਕਿ ਇਹ ਜਿਹੜੇ ਆਮ ਹੀ ਰੈਸਟੋਰੈਂਟ ਆ, ਜਿਹੜਾ ਪੈਂਡੇਮਿਕ ਤੋਂ ਪਹਿਲਾਂ ਚੀਜ਼ ਤੁਹਾਨੂੰ $50 ਦੀ ਮਿਲਦੀ ਸੀ, ਉਹ ਘੱਟੋ ਘੱਟ ਤੁਹਾਨੂੰ ਹੁਣ 80 ਦੀ ਮਿਲੂਗੀ। ਹਾਂਜੀ। ਇੱਕ ਤਾਂ ਸਿੱਧਾ ਇਨਫਲੇਸ਼ਨ ਹੈ ਨਾ। ਯੈਸ। ਸੋ ਦੂਸਰੀ ਗੱਲ ਹੈ, ਤੁਸੀਂ ਇਹ ਹੁਣ ਆਦਤ ਹੀ ਪੈ ਗਈ ਸੀ ਜਦੋਂ ਪੈਂਡੇਮਿਕ ਦੇ ਦੌਰਾਨ, ਜਾਂ ਤੁਸੀਂ ਆਰਡਰ ਕਰਨ ਲੱਗ ਪਏ ਸੀ ਜਾਂ ਤੁਸੀਂ ਪਿਕਅਪ ਕਰਦੇ ਜਾ ਕੇ। ਹਾਂਜੀ। ਤੁਸੀਂ ਘਰੋਂ ਜਾਂਦੇ ਆ ਪਿਕਅਪ ਕਰਨ ਲਈ, ਇਹਦੀ ਦੱਸੋ ਕਿਹੜੀ ਸਰਵਿਸ ਹੈ ਉਹਨਾਂ ਦੀ? ਉਹਨਾਂ ਨੇ ਖਾਣਾ ਬਣਾ ਕੇ ਤਾਂ ਇੱਕ ਪੈਕ ਕਰਕੇ ਰੱਖ ਦਿੱਤਾ ਤੁਹਾਡੇ ਲਈ। ਯੈਸ। ਇਹ 'ਚ ਕਿਹੜੀ ਸਰਵਿਸ ਹੈ? ਇਹ ਤਾਂ ਆਰਡਰ ਕੀਤਾ ਮੈਂ। ਹਾਂਜੀ। ਇਹੀ ਤਾਂ ਵੇਚਦੇ ਆ। ਯੈਸ। ਅੱਛਾ, ਜਦੋਂ ਪੇ ਕਰਨ ਲੱਗਦੇ ਆ ਤਾਂ ਪਹਿਲਾਂ ਉਹ ਆਉਂਦਾ ਆ, ਅੱਗੇ ਹੁੰਦਾ ਸੀ 10%, ਪਹਿਲਾਂ 15% ਜਿਹੜਾ ਦਿੰਦਾ ਸੀ ਉਹ ਸਮਝਿਆ ਜਾਂਦਾ ਸੀ ਵੀ ਠੀਕ ਬੰਦਾ ਆਇਆ ਹੈ। ਹੁਣ 15 ਤੋਂ ਸ਼ੁਰੂ ਕਰਦੇ। ਹਾਂਜੀ। 15, 20, 25, 30। ਯੈਸ। ਜਾਂ ਉਹਨਾਂ ਨੇ ਲਾਇਆ ਹੁੰਦਾ ਵੀ ਤੁਸੀਂ ਦੱਸੋ ਵੀ ਕਿੰਨੇ ਡਾਲਰ ਦੇਣੇ ਆ, ਕਿੰਨੇ ਪਰਸੈਂਟੇਜ ਦੇਣੀ ਹੈ। ਡਾਕਟਰ ਸਾਹਿਬ, ਇਹਦੇ ਵਿੱਚ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਕਨਫਿਊਜ਼ਨ ਹੋ ਜਾਂਦੀ ਹੈ, ਕਿਉਂਕਿ ਕਈ ਵਾਰੀ ਉਹਨਾਂ ਦਾ ਕੀ ਹੁੰਦਾ, 4 ਆਪਸ਼ਨਸ ਹੁੰਦੀਆਂ ਉੱਥੇ ਸਾਹਮਣੇ ਸਕਰੀਨ ਤੇ ਆ ਜਾਂਦੀਆਂ ਨੇ। ਕਈ ਵਾਰੀ ਪਰਸੈਂਟੇਜ ਲਿਖਿਆ ਹੁੰਦਾ ਤਾਂ ਕਈ ਵਾਰੀ ਅਮਾਉਂਟ ਲਿਖਿਆ ਹੁੰਦਾ। ਤੁਸੀਂ ਉਸ ਸਟੈਪ ਨੂੰ ਸਕਿਪ ਨਹੀਂ ਕਰ ਸਕਦੇ। ਈਵਨ ਦੋ ਤੁਸੀਂ ਕਿਤੇ ਜਾ ਕੇ ਬੈਠ ਕੇ, ਫੋਰ ਐਗਜ਼ਾਮਪਲ ਤੁਸੀਂ ਫੂਡ ਨਹੀਂ ਖਾਦਾ, ਤੁਸੀਂ ਜਸਟ ਜਾ ਕੇ ਪਿਕਅਪ ਕੀਤਾ, ਬਟ ਜਦੋਂ ਤੁਸੀਂ ਪਿਕ ਕਰਨ ਜਾਂਦੇ ਹੋ, ਜਦੋਂ ਤੁਸੀਂ ਪੇਮੈਂਟ ਕਰਦੇ ਹੈਗੇ ਹੋ, ਤੁਹਾਨੂੰ ਉਹ ਜਿਹੜਾ ਸਟੈਪ ਹੈਗਾ, ਤਾਂ ਫਿਰ ਬੰਦਾ ਕਈ ਵਾਰੀ ਇਹ ਹੁੰਦਾ ਕਿ ਉਹਨੂੰ ਸਕਿਪ ਕਰਨ ਨੂੰ ਟਰਾਈ ਕਰਦਾ, ਪਰ ਉਹ ਨਹੀਂ ਹੁੰਦਾ ਤਾਂ ਫਿਰ ਉਹਨੂੰ ਅਲਟੀਮੇਟਲੀ ਪੇ ਕਰਨਾ ਹੀ ਪੈਂਦਾ। ਮੈਂ ਇੱਕ ਰੈਸਟੋਰੈਂਟ ਵਾਲੇ ਨੂੰ ਪੁੱਛਿਆ, ਮੈਂ ਕਿਹਾ ਵੀ ਜੇ ਤਾਂ ਮੈਂ ਇੱਥੇ ਬੈਠ ਕੇ ਖਾਣਾ ਆ, ਉਹ ਤਾਂ ਮੈਂ ਸਮਝਦਾ ਕਿ ਟਿਪ ਦੇਣਾ ਚਾਹੀਦਾ। ਮੈਨੂੰ ਫੂਡ ਲਿਆ ਕੇ ਸਰਵ ਕੀਤਾ ਆ, ਉਸ ਤੋਂ ਬਾਅਦ ਮੈਂ ਟੇਸਟ ਕੀਤਾ ਆ, ਮੈਨੂੰ ਚੰਗਾ ਲੱਗਾ ਆ, ਪਹਿਲਾਂ ਹੀ ਮੈਂ ਹਾਲੇ ਚੱਕ ਕੇ ਲਿਆਣਾ ਤੁਹਾਡੇ ਫੂਡ, ਤੇ ਇਹ ਟਿਪ ਕਾਹਦਾ ਲੈਂਦੇ ਤੁਸੀਂ? ਉਹ ਕਹਿੰਦਾ ਇਹ ਸਿਰਫ ਸਾਡੇ ਕੁੱਕ ਲਈ ਆ, ਜਿਹੜਾ ਕੁੱਕ ਤੁਹਾਡੇ ਲਈ ਖਾਣਾ ਬਣਾ ਰਿਹਾ। ਮੈਂ ਕਿਹਾ ਕੁੱਕ ਲਈ ਤਾਂ ਟਿਪ ਹੋਵੇ, ਪਹਿਲਾਂ ਜੇ ਮੈਂ ਟੇਸਟ ਕਰਾਂ। ਹਾਂਜੀ। ਇਹ ਅਜੇ ਤਾਂ ਉਹ ਬਰਾਊਨ ਲਿਫਾਫੇ ਦੇ ਵਿੱਚ ਬੰਦ ਆ ਨਾ, ਮੈਨੂੰ ਘਰ ਜਾ ਕੇ ਪਤਾ ਲੱਗਣਾ ਵੀ ਇਹ ਠੀਕ ਵੀ ਆ ਕਿ ਗਲਤ ਆ। ਹਾਂਜੀ। ਫੇਰ ਟੇਸਟ ਠੀਕ ਕਰਦਾ ਜਾਂ ਗਲਤ ਕਰਦਾ। ਹਾਂਜੀ। ਇਹ ਤਾਂ ਮੈਨੂੰ ਘਰੋਂ ਜਾ ਕੇ ਪਤਾ ਲੱਗਣਾ। ਫੇਰ ਹੋ ਸਕਦਾ ਮੈਂ ਮੁੜ ਕੇ ਆਵਾਂ ਜਾਂ ਮੈਂ ਤੁਹਾਨੂੰ ਫੋਨ ਕਰਾਂ ਵੀ ਆਹ ਮੇਰੇ ਵੀਜ਼ੇ ਤੇ ਇਸ ਬੰਦੇ ਲਈ ਵੀ $15 ਰੱਖ ਦਿਓ। ਦੇਖੋ ਡਾਕਟਰ ਸਾਹਿਬ, ਇੱਥੇ ਵੀ ਹੁਣ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ। ਜਿਵੇਂ ਤੁਸੀਂ ਦੱਸਿਆ ਕਿ ਉਹਨੇ ਕਿਹਾ ਕਿ ਉਹਨਾਂ ਦੇ ਕੁੱਕ ਨੇ ਖਾਣਾ ਬੜਾ ਵਧੀਆ ਬਣਾਇਆ। ਇਸ ਤੇ ਵੀ ਗੱਲ ਸਮੇਂ-ਸਮੇਂ ਤੇ ਹੁੰਦੀ ਰਹੀ ਆ। ਜਦੋਂ ਟਿਪ ਪੇ ਕੀਤੀ ਜਾਂਦੀ ਆ, ਉਹ EMPLOYERS ਦੇ ਕੋਲੇ ਜਾਂਦੀ ਆ, ਤੇ ਉਸ ਤੋਂ ਬਾਅਦ ਇਹ ਸਾਹਮਣੇ ਗੱਲਾਂ ਆਈਆਂ ਨੇ ਕਿ EMPLOYEES ਨੂੰ ਤਾਂ ਦਿੱਤੀ ਨਹੀਂ ਜਾਂਦੀ, ਜਿਹਨੇ ਸਰਵ ਕੀਤਾ ਉਹਨੂੰ ਜਾਂ ਫਿਰ ਜਿਹਨੇ ਕੁੱਕ ਕੀਤਾ ਉਹਨੂੰ। ਦੇਖੋ, ਵੈਸੇ ਨਾਰਮਲੀ ਜਿਹੜਾ ਸਰਵਿਸ ਟਿਪ ਦਿੰਦੇ ਆ ਨਾ, ਨਾਰਮਲ ਜਿਹੜੀ ਅਸੀਂ ਅੰਡਰਸਟੈਂਡਿੰਗ ਜਿਹੜੀ ਹਾਂਜੀ ਮਾਰਕੀਟ ਦੇ ਵਿੱਚ ਆ, ਉਹ ਜਿਹੜੀ ਕੁੜੀ ਸਰਵ ਕਰ ਰਹੀ ਹੈ, ਮੁੰਡਾ ਸਰਵ ਕਰ ਰਿਹਾ, ਫੇਰ ਜਿਹੜੇ ਉਹਨਾਂ ਦੇ ਨਾਲ ਹੈਲਪਰ ਨੇ, ਫੇਰ ਜਿਹੜਾ ਕੁੱਕ ਆ, ਉਹ ਤਾਂ ਸਾਰਿਆਂ ਦੇ ਉਹ ਸ਼ੇਅਰ ਕਰਦੇ ਆ। ਹਾਂਜੀ। ਪਰ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਕ ਲੜਕੀ ਸੀ ਕਿਤੇ ਸਰਵ ਕਰਦੀ, ਤਾਂ ਮੈਂ ਉਹਦੇ ਲਈ ਥੋੜਾ ਜ਼ਿਆਦਾ ਟਿਪ ਰੱਖਦਾ। ਮੇਰੀ ਸਟੂਡੈਂਟ ਹੁੰਦੀ ਸੀ ਇੱਕ ਦਿਨ। ਹਾਂਜੀ। ਮੈਂ ਥੋੜਾ ਜਿਹਾ ਆਮ ਟਿਪ ਨਾਲੋਂ ਜ਼ਿਆਦਾ ਰੱਖਿਆ, ਕਿਉਂਕਿ ਇਹ ਮੈਂ ਕਿਹਾ ਇਦਾਂ ਨਾ ਸਮਝੇ ਵੀ ਪ੍ਰੋਫੈਸਰ ਕੰਜੂਸ ਆ। ਤੇ ਉਹਨੇ ਮੈਨੂੰ ਆ ਕੇ ਵੈਸੇ ਜਿਹੜਾ ਉਹ ਟਿਪ ਰੱਖਿਆ ਸੀ ਉਹ ਪਰੇ ਕਰਤਾ। ਕਹਿੰਦੀ ਸਾਡਾ ਓਨਰ ਜਿਹੜਾ ਹੈ ਨਾ, ਉਹ ਸਾਨੂੰ ਟਿਪ ਦਿੰਦਾ ਨਹੀਂ। ਇਹ ਕਹਿੰਦੀ ਮੈਨੂੰ ਨਹੀਂ ਪੈਸੇ ਜਾਣੇ, ਇਹ ਜਾਣੇ ਆ ਉਹਦੀ ਜੇਬ ਦੇ ਵਿੱਚ। ਆਪਣਾ ਬੰਦਾ ਖੜਾ ਸੀ ਜਿਹੜਾ ਓਨਰ ਸੀ, ਫੂਡ ਨਹੀਂ ਸੀ ਇੰਡੀਅਨ ਫੂਡ, ਹੋਰ ਹੀ ਕੋਈ ਸਰਵਿਸ ਸੀ, ਪਰ ਉਹ ਬੰਦਾ ਜਿਹੜਾ ਸੀ ਇੱਕ ਇੰਡੀਅਨ ਬੰਦਾ ਕੰਟਰੋਲ ਉਹਨੂੰ ਓਨ ਕਰਦਾ ਸੀ।
ਉਹ ਕਹਿੰਦੀ ਕਿਸੇ ਨੂੰ ਪੈਸੇ ਨਹੀਂ ਦਿੰਦਾ, ਜਿੰਨੇ ਵੀ ਟਿਪ ਕਹਿੰਦੀ ਜਾਂਦੇ ਆ ਸਾਡੇ ਇਹਦੀ ਜੇਬ 'ਚ ਜਾਣੇ। ਮੈਂ ਕਿਹਾ ਵੀ ਇਹਨੇ ਤਾਂ ਕੋਈ ਕੰਮ ਨਹੀਂ ਕੀਤਾ, ਹਾਂਜੀ, ਮੈਂ ਇਹਨੂੰ ਫਿਰ ਟਿਪ ਕਰ ਦੇਵਾਂ। ਠੀਕ ਹੈ, ਰੈਸਟੋਰੈਂਟ ਖੋਲ੍ਹਿਆ, ਪੈਸੇ ਬਣਾਉਂਦਾ ਹੈ, ਜਿਹੜੇ ਵੀ ਕੁੱਕ ਕੰਮ ਕਰਦੇ ਆ ਉਹਨੂੰ ਮੈਂ ਟਿਪ ਦਊਂਗਾ ਵੀ ਉਹਨੇ ਵਧੀਆ ਖਾਣਾ ਬਣਾਇਆ। ਜਿਹੜਾ ਵੀ ਕੋਈ ਲੈ ਕੇ ਆਇਆ ਤਾਂ ਉਹਨੂੰ ਮੈਂ ਸਰਵ ਕਰਨ ਲਈ ਉਹਦੇ ਟਿਪ ਤੋਂ ਖੁਸ਼ ਹੋ ਕੇ, ਸਰਵਿਸ ਤੋਂ ਖੁਸ਼ ਹੋ ਕੇ ਟਿਪ ਦਊਂਗਾ। ਜਿਹੜੇ ਓਨਰ, ਕਈ ਜਗ੍ਹਾ ਤੇ ਓਨਰ ਕਰਦੇ ਆ ਇੱਦਾਂ, ਹਾਂਜੀ, ਪਹਿਲਾਂ ਪੁੱਛ ਲੈਣਾ ਚਾਹੀਦਾ। ਵੈਸੇ ਬਹੁਤੇ ਤਾਂ ਦੱਸਦੇ ਨਹੀਂ, ਵਿਚਾਰੇ ਡਰੇ ਹੁੰਦੇ ਆ। ਹਾਂਜੀ, ਪਰ ਕਈ ਦੱਸ ਵੀ ਦਿੰਦੇ ਆ ਜੇ ਉਹਨਾਂ ਨੂੰ ਪੁੱਛੇ ਕਿ ਤੈਨੂੰ ਟਿਪ ਮਿਲਦਾ ਵੀ ਹੈ ਜਾਂ ਨਹੀਂ। ਹਾਂਜੀ, ਇੱਕ ਇੰਟਰਨੈਸ਼ਨਲ ਸਟੂਡੈਂਟ ਸੀ ਇੱਥੇ, ਮੈਂ 3 ਵਾਰੀ ਉਹਨੂੰ ਪੁੱਛਿਆ, ਉਹਨੇ ਦੱਸਿਆ ਨਹੀਂ ਮੈਨੂੰ। ਮੈਂ ਕਿਹਾ ਤੈਨੂੰ ਟਿਪ ਮਿਲਣਾ ਵੀ ਆ ਜਾਂ ਨਹੀਂ, ਮੈਂ ਤਾਂ ਛੱਡਾਂ। ਜੇ ਟਿਪ ਮਿਲਦਾ ਹੈ ਤਾਂ ਛੱਡੀਏ, ਨਹੀਂ ਜੇ ਇਹਨਾਂ ਨੇ ਓਨਰਜ਼ ਨੇ ਲੈਣਾ ਫਿਰ ਟਿਪ ਕਾਹਨੂੰ ਦੇਣਾ ਜੀ। ਤੇ ਫਿਰ ਉਹਨੇ ਮੁਸਕਰਾਇਆ ਜਾਂ ਥੋੜਾ ਜਿਹਾ ਮੇਰੇ ਵੱਲ। ਮੈਂ ਫਿਰ ਉਹ ਸਮਝ ਗਿਆ ਉਹਦੀ ਲੈਂਗੁਏਜ ਵੀ ਉਹਦੀ ਜੇਬ ਦੇ ਵਿੱਚ ਪੈਸੇ ਜਾਂਦੇ ਨਹੀਂ। ਦੇਖੋ ਡਾਕਟਰ ਸਾਹਿਬ, ਜਦੋਂ ਨਾ ਬੰਦਾ ਖਾਮੋਸ਼ ਹੋ ਜਾਵੇ ਆਪੇ ਸਮਝ ਲੈਣਾ ਚਾਹੀਦਾ ਵੀ ਜਿਹੜਾ ਸਵਾਲ 3 ਵਾਰੀ ਸਵਾਲ ਕੀਤਾ, ਉਹਨੂੰ ਜਵਾਬ ਨਹੀਂ ਦਿੱਤਾ, ਪਰ ਫਿਰ ਬਾਅਦ ਦੇ ਵਿੱਚ ਮੁਸਕਰਾ ਕੇ ਚਲ ਗਈ। ਮੈਂ ਕਿਹਾ ਵੀ ਇਹਨੂੰ ਪੈਸੇ ਮਿਲਦੇ ਨਹੀਂ। ਹਾਂਜੀ, ਕੋਈ ਨਹੀਂ ਇਹਨੂੰ ਟਿਪ ਦਿੰਦਾ ਜੀ। ਟਿਪ ਲੈਣ ਵਾਲਾ ਉੱਥੇ ਮੋਟੇ ਢਿੱਡ ਵਾਲਾ ਖੜਾ ਸੀ ਜੀ। ਡਾਕਟਰ ਸਾਹਿਬ ਬਿਲਕੁਲ, ਦੇਖੋ ਜੇ ਟਿਪ ਜਿਹਨੂੰ ਅਸੀਂ ਦਿੱਤੀ ਹੈ ਜੇ ਉਹਨਾਂ ਦੀ ਜੇਬ 'ਚ ਨਹੀਂ ਜਾਂਦੀ ਹੈਗੀ ਤਾਂ ਫਿਰ ਉਹਨੂੰ ਦੇਣ ਦਾ ਕੋਈ ਮਤਲਬ ਵੈਸੇ ਬਣਦਾ ਵੀ ਹੈ ਨਹੀਂ। ਚਲੋ ਉਹ ਜਿਹੜੀ ਜਾਂਦੀ ਆ ਟਿਪ, ਜੇ ਤਾਂ ਦੇਣ, ਇਹ ਜਿਹੜੀ ਅਸੀਂ ਬੈਠ ਕੇ ਖਾ ਕੇ ਆਉਂਦੇ ਆ, ਹਾਂਜੀ, ਇਹ ਰਿਚੁਅਲ ਬਣਿਆ ਹੈ। ਜਿੱਦਾਂ ਸਾਡੇ ਰਿਚੁਅਲ ਨਹੀਂ ਬਣ ਜਾਂਦੇ, ਰਸਮ ਰਿਵਾਜ ਬਣਿਆ ਹੈ, ਹਾਂਜੀ, ਵੀ ਅਸੀਂ ਟਿਪ ਦੇਣਾ ਹੀ ਦੇਣਾ ਹੈ। ਹਾਂਜੀ, ਇਹ ਕਦੇ ਪਤਾ ਕਰਨਾ ਨਹੀਂ ਕਿ ਟਿਪ ਜਾਂਦਾ ਵੀ ਆ ਉਹਨਾਂ ਦੀ ਜੇਬ ਦੇ ਵਿੱਚ ਕਿ ਓਨਰ ਦੀ ਜੇਬ ਦੇ ਵਿੱਚ ਜਾਂਦਾ ਜੀ। ਜੇ ਓਨਰ ਦੀ ਜੇਬ ਦੇ ਵਿੱਚ ਟਿਪ ਵੀ ਜਾਣਾ, ਉਹਨੂੰ ਕਹੇ ਵੀ ਪ੍ਰਾਈਸ ਹੀ ਜ਼ਿਆਦਾ ਲਾ ਲਾ ਪਹਿਲਾਂ। ਹਾਂਜੀ, ਜਿਹੜੀ ਪਹਿਲਾਂ ਹੀ ਡਿਸ਼ ਜਿਹੜੀ ਲਾਈ ਆ ਉਹਨੇ $21 ਦੀ, ਮੈਂ ਤਾਂ ਉਹਨੂੰ ਕਹਿਣ ਨਹੀਂ ਗਿਆ ਸੀ ਵੀ 21 ਦੀ ਦੇ, ਉਹ 21 ਦੀ ਬਜਾਏ 25 ਦੀ ਲੈ ਦਿੰਦਾ, ਮੈਂ ਫੇਰ ਵੀ ਲੈ ਲੈਣੀ ਸੀ। ਹਾਂਜੀ, ਬਹੁਤੀ ਵਾਰੀ ਤਾਂ ਅਸੀਂ ਫੇਰ ਏਦਾਂ ਹੋ ਜਾਂਦਾ ਕਿ ਕੁਝ ਲੋਕ ਫਿਰ ਆਉਣੋਂ ਹਟ ਜਾਂਦੇ ਆ ਵੀ ਮਹਿੰਗੀ ਆ ਇਹ। ਹਾਂਜੀ, ਉਹ ਕੰਪੈਰੀਜ਼ਨ ਕਰਦੇ ਨਾ ਦੂਸਰਿਆਂ ਦੇ ਨਾਲ ਵੀ ਇਹਨਾਂ ਦੇ ਸਟੇਕ ਮਹਿੰਗੀ ਆ, ਇਹਨਾਂ ਦੀ ਸਸਤੀ ਆ, ਇਹਨਾਂ ਦੇ ਚਿਕਨ ਮਹਿੰਗਾ ਆ, ਉਹਨਾਂ ਦੇ ਸਸਤਾ ਆ। ਤਾਂ ਇਸ ਕਰਕੇ ਉਹ ਥੋੜੀ ਪ੍ਰਾਈਸ ਰੀਜ਼ਨੇਬਲ ਤਾਂ ਰੱਖਦੇ ਆ ਕਿਉਂਕਿ ਕੰਪੀਟੀਸ਼ਨ ਕਰਕੇ। ਹਾਂਜੀ, ਪਰ ਜਿਹੜਾ ਟਿਪ ਫਿਰ ਜੇਬ ਦੇ ਵਿੱਚ ਪਾਉਣਾ ਉਹ ਸਿੱਧਾ ਹੀ ਪ੍ਰੋਫਿਟ ਹੈ ਨਾ। ਹਾਂਜੀ, ਬਿਲਕੁਲ। ਦੇਖੋ ਡਾਕਟਰ ਸਾਹਿਬ, ਐਂਗਸ ਰੀਡ ਦਾ ਵੀ ਇੱਕ ਸਰਵੇ ਹੋਇਆ ਸੀ, ਉਹਨਾਂ ਨੇ ਜਿਹੜੀ ਰਿਪੋਰਟ ਪਬਲਿਸ਼ ਕੀਤੀ ਹੈ ਉਹਦੇ ਵਿੱਚ ਵੀ ਇਹੀ ਆਇਆ ਕਿ ਜਿਹੜੀ ਓਨਟੇਰੀਓ ਦੇ ਵਿੱਚ ਜਿਹੜੀ ਟਿਪਿੰਗ ਹੈਗੀ ਆ ਨਾ, ਇਹ ਨੈਸ਼ਨਲ ਰੇਟ ਨਾਲੋਂ ਵੀ 10% ਜ਼ਿਆਦਾ। ਓਨਟੇਰੀਓ ਵਾਲੇ ਥੋੜੇ ਜਿਹਾ ਜ਼ਿਆਦਾ ਜਨਰਸ ਲੱਗਦੇ ਆ। ਹਾਂਜੀ, ਹੁਣ ਜ਼ਿਆਦਾ ਤੌਰ ਤੇ ਲੋਕਾਂ ਦਾ ਇਦਾਂ ਹੋ ਗਿਆ, ਅਸੀਂ ਜਾਂਦੇ ਆ ਔਰ ਫੂਡ ਪਿਕਅਪ ਕਰਕੇ ਲੈ ਕੇ ਆਉਂਦੇ ਆ। ਹਾਂਜੀ, ਔਰ ਕੱਲਾ ਫੂਡ ਦੇ ਨਾਲ ਰਿਲੇਟਡ ਨਹੀਂ, ਇੱਥੇ ਬਹੁਤ ਤਰ੍ਹਾਂ ਦੀਆਂ ਸਰਵਿਸਿਜ਼ ਹੈਗੀਆਂ, ਜਿੱਦਾਂ ਟੈਕਸੀ ਲੈਣੇ ਤੁਸੀਂ। ਹਾਂਜੀ, ਇਹਦੇ ਵਿੱਚ ਵੀ ਟਿਪ ਆ। ਡਾਕਟਰ ਸਾਹਿਬ, ਜਿੰਨੇ ਵੀ ਬਿਜ਼ਨਸ ਹੈਗੇ ਸਾਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ, ਤਕਰੀਬਨ ਹੁਣ ਹਰ ਚੀਜ਼ ਦੇ ਵਿੱਚ ਟਿਪ ਹੈਗੀ ਹੋਈ ਆ। ਪਰ ਜੇ ਉਹ ਖੁਦ ਹੀ ਮੰਗਣ ਲੱਗ ਪੈਣ ਨਾ ਪਹਿਲਾਂ ਹੀ, ਹਾਂਜੀ, ਵੀ ਆਹ ਦਿਓ ਟਿਪ ਸਾਨੂੰ, ਇਹ ਸਾਡੇ ਸਗਾ ਤਾਂ ਇੱਕ ਵਾਰੀ ਸ਼ੁਗਲ ਕਰਦੇ ਹੁੰਦੇ ਸੀ, ਜੋਕ ਬਣਾਇਆ ਸੀ ਕਿ ਇੱਕ ਬੰਦਾ ਟੈਕਸੀ ਚਲਾਉਂਦਾ ਹੁੰਦਾ ਸੀ ਤਾਂ ਉਹ ਹਮੇਸ਼ਾ ਪੁੱਛਦਾ ਹੁੰਦਾ ਸੀ ਵੀ ਜੇ ਕਿਸੇ ਨੇ ਟਿਪ ਨਹੀਂ ਦਿੱਤਾ ਨਾ, ਉਹਨੇ ਕਹਿਣਾ ਟਿਪ ਪਲੀਜ਼। ਮਤਲਬ ਟਿਪ ਨਹੀਂ ਜੇ ਤੁਸੀਂ ਮੰਗਦੇ ਆ। ਹਾਂਜੀ, ਟਿਪ ਤਾਂ ਹੀ ਆ, ਗ੍ਰੈਚੁਇਟੀ ਤਾਂ ਹੀ ਆ ਜੇ ਉਹ ਖੁਸ਼ ਹੋ ਕੇ ਦੇ ਰਿਹਾ ਜੀ। ਇਹ ਵਲੰਟੀਅਰ ਆ। ਹਾਂਜੀ, ਇਹ ਮੰਗੇ ਤੇ ਨਹੀਂ ਮਿਲਣਾ। ਹਾਂਜੀ, ਬਿਲਕੁਲ। ਮੰਗੇ ਤੇ ਤਾਂ ਤੁਹਾਡਾ ਕਿਰਾਇਆ ਹੀ ਮਿਲਣਾ। ਹਾਂਜੀ, ਜਿੰਨਾ ਵੀ ਬਣਿਆ ਜੀ। ਬਿਲਕੁਲ। ਦੇਖੋ ਡਾਕਟਰ ਸਾਹਿਬ, ਐਂਡ ਦੇ ਵਿੱਚ ਅਸੀਂ ਤਾਂ ਇੰਨਾ ਹੀ ਕਹਿੰਦੇ ਕਿ ਦੇਖੋ ਜਿਹੜੀ ਟਿਪ ਜਿਸ ਸਰਵਰ ਦੇ ਲਈ, ਜੇ ਆਪਾਂ ਰੈਸਟੋਰੈਂਟਸ ਦੀ ਗੱਲ ਕਰਦੇ ਜਿਹਦੇ ਲਈ ਦਿੱਤੀ ਜਾਂਦੀ ਆ, ਇੰਪਲੋਇਰਸ ਨੂੰ ਵੀ ਥੋੜਾ ਜਿਹਾ ਜੈਨਰਸ ਹੋਣਾ ਚਾਹੀਦਾ, ਉਹਨਾਂ ਨੂੰ ਬਣਦਾ ਹੱਕ ਆਪਣੇ ਇੰਪਲੋਈਜ਼ ਨੂੰ ਜ਼ਰੂਰ ਦੇਣਾ ਚਾਹੀਦਾ। ਰੁਖ ਕਰਦੇ ਹਾਂ ਜੀ ਹੁਣ ਅਗਲੀ ਖਬਰ ਵੱਲ। ਗੱਲ ਕਰਦੇ ਹਾਂ US। ਡਾਕਟਰ ਸਾਹਿਬ, ਵੈਸਟ ਕੋਸਟ ਤੇ ਮਿਲੇਨੀਅਲਸ ਦੇ ਲਈ ਹੁਣ 1 ਬੈਡਰੂਮ ਅਪਾਰਟਮੈਂਟਸ ਜਿਹੜੇ ਆ ਰੈਂਟ ਕਰਨੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੋਏ ਪਏ ਆ। ਬਾਏ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ, ਸਵਾਲ ਹੀ ਪੈਦਾ ਨਹੀਂ ਹੁੰਦਾ। 8 ਇਹੋ ਜਿਹੀਆਂ ਸਿਟੀਜ਼ ਹੈਗੀਆਂ ਨੇ ਜਿੱਥੇ ਜਿਹੜੇ ਮਿਲੇਨੀਅਲਸ ਹੈਗੇ 1 ਬੈਡਰੂਮ ਦਾ ਅਪਾਰਟਮੈਂਟ ਅਫੋਰਡ ਹੀ ਨਹੀਂ ਕਰ ਸਕਦੇ। ਕੀ ਕਹਿਣਾ ਚਾਹੋਗੇ?
ਮਿਲੇਨੀਅਲਸ ਜਿਹੜੇ ਯੰਗ ਬੰਦੇ ਆ ਤਕਰੀਬਨ 22 ਸਾਲ ਤੋਂ 40 ਕੁ ਸਾਲ ਤਾਈਂ ਉਮਰ ਆ ਉਹਨਾਂ ਦੀ। ਹਾਂਜੀ। ਤਾਂ ਉਹ ਕਹਿੰਦੇ ਵੀ ਇਹ ਉਮਰ ਹੁੰਦੀ ਜਦੋਂ ਤੁਸੀਂ ਲੈਡਰ ਚੜ੍ਹਦੇ ਆ, ਯੈਸ, ਪੌੜੀ ਚੜ੍ਹ ਰਹੇ ਆ ਆਪਣੇ ਪ੍ਰੋਫੈਸ਼ਨ ਦੀ, ਤਾਂ ਉਸ ਵੇਲੇ ਤਨਖਾਹ ਵੀ ਘੱਟ ਹੁੰਦੀ ਆ। ਤੇ ਜਿੱਦਾਂ ਸੈਨ ਡਿਏਗੋ ਹੋਇਆ, ਲਾਸ ਐਂਜਲਸ ਹੋਇਆ, ਸੈਨ ਫਰਾਂਸਿਸਕੋ ਹੋਇਆ, ਇਹਨਾਂ ਸ਼ਹਿਰਾਂ ਦੇ ਵਿੱਚ ਇੱਕ ਬੈੱਡਰੂਮ ਦੀ ਜਿਹੜੀ ਪ੍ਰਾਈਸ ਆ ਉਹ ਇਹਨਾਂ ਦੀ ਇਨਕਮ ਨਾਲੋਂ ਜ਼ਿਆਦਾ ਆ। ਹਾਂਜੀ। ਕੈਨ ਯੂ ਇਮੇਜਿਨ ਕਿ ਨੌਜਵਾਨ ਜਿਹੜੇ ਪੜ੍ਹ ਲਿਖ ਕੇ ਜਾਂਦੇ ਆ, ਉਹ ਕੰਮ ਕਰ ਰਹੇ ਹੁਣ ਸ਼ਹਿਰ ਦੇ ਵਿੱਚ, ਉਹਨਾਂ ਦੇ ਕੋਲ ਇੱਕ ਬੈੱਡਰੂਮ ਨਾ ਰੈਂਟ ਤੇ ਨਾ ਲੈ ਹੋ ਜੀ, ਫਿਰ ਉਹ ਸੌਣਾ ਉਹਨਾਂ ਨੇ ਕਿੱਥੇ? ਹਾਂਜੀ। ਰਹਿਣਾ ਕਿੱਥੇ ਉਹਨਾਂ ਜੀ। ਇੱਕ ਟੈਲਿੰਗ ਸਟੋਰੀ ਆਫ ਏ ਜਨਰੇਸ਼ਨ ਵੀ ਜਦੋਂ ਇੱਕ ਜ਼ਮਾਨੇ ਦੇ ਵਿੱਚ ਘਰ ਖਰੀਦਣਾ ਜਿੱਦਾਂ ਵੱਡੀ ਗੱਲ ਨਹੀਂ ਸੀ ਉਹਨਾਂ ਲਈ। ਹਾਂਜੀ। ਜਿਹੜਾ ਬੰਦਾ ਕੰਮ ਕਰਦਾ ਹੁੰਦਾ ਸੀ ਉਹ ਇਦਾਂ ਸਮਝਦਾ ਵੀ ਚੱਲ ਹੁਣ ਮੈਨੂੰ ਮੌਰਗੇਜ ਮਿਲ ਜਾਣੀ, ਮੈਂ ਘਰ ਲੈ ਲੈਣਾ। ਇਹ ਡ੍ਰੀਮ, ਅਮਰੀਕਨ ਡ੍ਰੀਮ ਇਹਨੂੰ ਕਹਿੰਦੇ ਹੁੰਦੇ ਸੀ ਕਿ ਇੱਕ ਨੌਜਵਾਨ ਹੈ, ਉਹਨੇ ਪੜ੍ਹਾਈ ਖਤਮ ਕੀਤੀ ਹੈ, ਉਹਦੇ ਕੋਲ ਆਪਣਾ ਘਰ ਆ, ਫਿਰ ਉਹਦੇ ਕੋਲ ਬੱਚੇ ਆ 2, ਉਹਦੇ ਕੋਲ ਕਾਰ ਆ, ਤੇ ਇਹ ਹੁਣ ਜਿਹੜਾ ਇਹ ਪੁਰਾਣਾ ਗੱਲ ਸੁਪਨਾ ਰਹਿ ਗਿਆ। ਜੇ ਤੁਸੀਂ ਰੈਂਟ ਹੀ ਨਹੀਂ ਪੇ ਕਰ ਸਕਦੇ। ਵੈਸੇ ਵੀ ਦੇਖੋ ਹੁਣ ਅਸੀਂ ਇਹ ਮਿਲੇਨੀਅਲ ਦੀ ਗੱਲ ਕਰਦੇ ਹਾਂ, ਦੂਸਰੇ ਉਲਟ ਪਾਸੇ ਦੇਖ ਲਓ ਬਜ਼ੁਰਗਾਂ ਦੀ ਹਾਲਤ। ਸਾਡੇ ਇੱਥੇ ਜਿੰਨੀ ਕਿ ਇਹਨਾਂ ਨੂੰ ਓਲਡ ਏਜ ਪੈਨਸ਼ਨ ਮਿਲਦੀ ਆ, ਜੇ ਐਕਚੁਅਲੀ ਆਪਣੇ ਘਰਾਂ ਦੇ ਵਿੱਚ ਰਹਿੰਦੇ ਨਾ ਜਿੱਥੇ ਇਹਨਾਂ ਨੂੰ ਰੈਂਟ ਨਹੀਂ ਦੇਣਾ ਪੈਂਦਾ, ਫੇਰ ਤਾਂ ਠੀਕ ਹੈ। ਹਾਂਜੀ। ਤੁਸੀਂ ਘਰ ਦੇ ਵਿੱਚ ਰਹਿੰਦੇ ਆ, ਤੁਸੀਂ ਥੋੜੀ ਬਹੁਤੀ ਮਦਦ ਵੀ ਕਰ ਸਕਦੇ ਆ। ਪਰ ਜੇ ਆਪਣੇ ਆਪ ਰਹਿੰਦੇ ਹੁਣ ਇਕੱਲੇ ਨਾ, ਤਾਂ ਫੇਰ ਦੇਖਣਾ ਪਊਗਾ ਵੀ ਉਹ ਜਿਹੜੀ ਵੀ ਓਲਡ ਏਜ ਪੈਨਸ਼ਨ ਆਉਂਦੀ ਆ, ਕੀ ਉਹ ਰੈਂਟ ਵੀ ਇਹਨਾਂ ਦਾ ਪੇ ਹੋਣ ਜੋਗਾ ਹੈ ਜਾਂ ਨਹੀਂ। ਫਿਰ ਐਕਚੁਅਲੀ ਇਨਕਮ ਦਾ ਉਸ ਵੇਲੇ ਹੀ ਪਤਾ ਲੱਗਦਾ ਜੀ। ਇਹ ਨਹੀਂ ਹੋ ਸਕਦਾ ਕਿ ਤੁਸੀਂ ਘਰ ਰਹਿੰਦੇ ਆ ਤੇ ਘਰੋਂ ਤੁਹਾਡਾ ਹੋਰ ਕੋਈ ਖਰਚਾ ਨਹੀਂ, ਤੁਸੀਂ ਕਹੀ ਜਾਂਦੇ ਆ ਨਹੀਂ ਬਹੁਤ ਸਰਕਾਰ ਮੈਨੂੰ ਪੈਸੇ ਦਿੰਦੀ ਹੈ, ਬਹੁਤ ਸਰਕਾਰ ਪੈਸੇ ਦਿੰਦੀ ਹੈ। ਉਹਨਾਂ ਨੂੰ ਕਹੋ ਵੀ ਜਾ ਉੱਥੇ ਵੈਨਕੂਵਰ ਚਲ ਜਾ ਤੇ ਉਥੋਂ ਸਾਲ ਜਾਂ 6 ਮਹੀਨੇ ਤੁਹਾਨੂੰ ਲੈਣ ਜਾਵਾਂਗੇ। ਲੈ ਤਾਂ ਉਹ ਰਹਿ ਕੇ ਦਿਖਾ ਲੈਣ ਉੱਥੇ। ਬਹੁਤ ਮੁਸ਼ਕਿਲ ਹੈ ਡਾਕਟਰ ਸਾਹਿਬ ਜਦੋਂ ਰੈਂਟ ਪੇ ਕਰਕੇ ਰਹਿਣਾ। ਤੁਸੀਂ ਬਿਲਕੁਲ ਸਹੀ ਕਿਹਾ। ਇਹ ਜਿਹੜੀ ਸੀਨੀਅਰਸ ਦੀ ਹਾਲਾਤ ਹੈਗੇ ਆ, ਇਹ ਵੀ ਬਹੁਤ ਜ਼ਿਆਦਾ ਖਰਾਬ ਹੋ ਰਹੇ ਆ, ਕਿਉਂਕਿ ਜਿਹੜੇ ਰੈਂਟ ਕਾਫੀ ਜ਼ਿਆਦਾ ਦਿਨ ਪ੍ਰਤੀ ਦਿਨ ਅਪ ਹੋ ਰਹੇ ਹੈਗੇ ਆ। ਹੁਣ ਅਕਸਰ ਤੁਸੀਂ ਦੇਖਦੇ ਆ ਵੀ ਜਿਹੜੇ ਸਿੰਗਲ ਵੀ ਬੰਦੇ ਰਹਿੰਦੇ ਆ, ਇਕੱਠੇ ਹੋ ਕੇ ਇੱਕ ਅਪਾਰਟਮੈਂਟ ਲੈਣਗੇ, ਇਕੱਠੇ ਹੋ ਕੇ ਘਰ ਲੈਣਗੇ। ਕਈ ਬੰਦੇ ਰਹਿੰਦੇ ਆ। ਹਾਂਜੀ। ਉਹਨਾਂ ਦੇ ਵਿੱਚੋਂ ਆ ਪਿੱਛੇ ਜਿਹੇ ਤਾਂ ਟੈਂਪਰੇਰੀ ਵਰਕਰ ਜਿਹੜੇ ਸੱਦੇ ਸੀ, ਉਹਨਾਂ ਦੀ ਕੰਪਨੀ ਇੱਕ ਰੂਮ ਦੇ ਵਿੱਚ 3-3 4-4 ਬੰਦੇ ਬਾੜੀ ਬੈਠੀ ਸੀ। ਹਾਂਜੀ। ਮਤਲਬ ਰੂਮ ਵੀ ਜਿਹੜਾ ਇੱਕ ਰੂਮ ਸੌਣ ਲਈ ਚਾਹੀਦਾ ਕਿਸੇ ਨੂੰ, ਉਹ ਵੀ ਹੈ ਨਹੀਂ ਕਿਸੇ ਦੇ ਕੋਲ ਜੀ। ਮਤਲਬ ਇਹ ਜੇ ਪਹਿਲੀ ਦੁਨੀਆ ਦਾ ਇਹ ਹਾਲ ਆ ਤਾਂ ਥਰਡ ਵਰਲਡ ਦਾ ਕੀ ਹਾਲ ਹੋਊਗਾ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਹੀ ਕਿਹਾ। ਹੁਣ ਜਿੰਨੇ ਵੀ ਆ ਸਰਵੇਜ਼ ਵਗੈਰਾ ਆਉਂਦੇ ਜਾਂ ਆਪਾਂ ਰਿਪੋਰਟਸ ਵੀ ਡਿਸਕਸ ਕਰਦੇ ਆ, ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈਗਾ। ਲੋਕਾਂ ਨੇ ਹੁਣ ਘਰ ਖਰੀਦਣ ਦਾ ਜਾਂ ਅਪਾਰਟਮੈਂਟ ਖਰੀਦਣ ਦਾ ਜਿਹੜਾ ਖਿਆਲ ਆ ਜਾਂ ਫਿਰ ਜਿਹੜਾ ਸੁਪਨਾ, ਉਹਨੂੰ ਬਿਲਕੁਲ ਛੱਡ ਹੀ ਦਿੱਤਾ, ਕਿਉਂਕਿ ਰੈਂਟ ਕਰਨਾ ਵੀ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋਇਆ ਪਿਆ। ਡਾਕਟਰ ਸਾਹਿਬ ਰੁਕ ਕਰਦੇ ਆ ਅਗਲੀ ਖਬਰ ਵੱਲ। ਬਲੂਮਬਰਗ ਦੀ ਇੱਕ ਰਿਪੋਰਟ ਆਈ ਹੈ ਡਾਕਟਰ ਸਾਹਿਬ, ਤੇ ਉਹਦੇ ਅਨੁਸਾਰ ਜਿਹੜੀ ਰਸ਼ੀਅਨ ਇਕਾਨਮੀ ਹੈਗੀ ਆ, ਇਹ ਕਾਫੀ ਜ਼ਿਆਦਾ ਗਰੋ ਹੋਈ ਆ। ਵੈਸਟ ਨੇ ਜਿਹੜੀਆਂ ਭਵਿੱਖਬਾਣੀਆਂ ਕੀਤੀਆਂ ਸੀ, ਉਹ ਸਾਰੀਆਂ ਗਲਤ ਸਾਬਤ ਹੋਈਆਂ ਨੇ। ਕੀ ਕਹਿਣਾ ਚਾਹੋਗੇ? ਨੰਬਰ 1 ਤੇ ਇਹਨਾਂ ਦੀ ਆਪਣੀ ਏਜੰਸੀ ਜਿਹੜੀ ਹੈ ਨਿਊਯਾਰਕ ਤੋਂ ਇਹ ਰਿਪੋਰਟ ਕਰ ਰਹੀ ਹੈ। ਜੇ ਰਸ਼ੀਆ ਦੀ ਹੁੰਦੀ ਤਾਂ ਕਹਿਣਾ ਸੀ ਪ੍ਰੋਪੇਗੈਂਡਾ ਹੈ। ਹਾਂਜੀ। ਨਿਊਯਾਰਕ ਬੇਸਡ USA ਦੇ ਵਿੱਚ ਬਲੂਮਬਰਗ ਨੇ ਇਹ ਅਸੈਸਮੈਂਟ ਦਿੱਤੀ ਹੈ ਕਿ ਰਸ਼ੀਅਨ ਇਕਨੋਮੀ ਤਾਂ ਜਿਹੜੀ ਇਹ ਪ੍ਰੈਡਿਕਸ਼ਨ ਲਾਉਂਦੇ ਸੀ ਕਿ ਨਾ ਫਰਵਰੀ ਦੇ ਵਿੱਚ ਕਿ ਅਸੀਂ ਸੈਂਕਸ਼ਨ ਲਾਤੇ, ਉਹਨਾਂ ਨੇ ਕਲੈਪਸ ਹੋ ਜਾਣਾ, ਉਹਨਾਂ ਨੇ ਆਹ ਹੋ ਜਾਣਾ, ਉਹ ਕਹਿੰਦੇ ਕੱਖ ਨਹੀਂ ਹੋਇਆ। ਹਾਂਜੀ। ਹੁਣ ਨਾਰਮਲੀ ਤੁਸੀਂ ਦੇਖਦੇ ਹੋ ਕਿ ਜਨਵਰੀ ਦੇ ਵਿੱਚ ਖਾਸ ਤੌਰ ਤੇ ਇਸ ਸਾਲ ਦੇ ਵਿੱਚ ਇੱਕ ਮੁਲਕ ਨਹੀਂ, ਬਹੁਤ ਮੁਲਕ ਇਹ ਦੇਖਦੇ ਸੀ ਕਿ ਸਾਡੇ ਤੇ ਕਿੰਨਾ ਇੰਪੈਕਟ ਪਿਆ ਪੈਂਡੈਮਿਕ ਦਾ, ਉਹਦੇ ਹਿਸਾਬ ਦੇ ਨਾਲ ਸਾਡੀ ਆਰਥਿਕਤਾ ਨਹੀਂ ਵਧਣੀ। ਹਾਂਜੀ। ਬਹੁਤੇ ਮੁਲਕਾਂ ਨੇ ਅਸੈਸਮੈਂਟ ਲਾਈ ਸੀ, ਔਰ ਰਸ਼ੀਅਨ ਜਿਹੜੀ ਫਾਈਨੈਂਸ ਮਿਨਿਸਟਰੀ ਆ,
ਉਹਨਾਂ ਨੇ ਵੀ ਅਸੈਸਮੈਂਟ ਲਾਈ ਸੀ ਕਿ ਉਹਨਾਂ ਦੀ ਇਕਨੋਮੀ 12% ਸ਼ਰਿੰਕ ਹੋ ਜਾਣੀ ਹੈ। ਪਰ ਜਿਹੜੀ ਐਕਚੁਅਲੀ ਲੜਾਈ ਲੱਗੀ ਆ, ਸੈਂਕਸ਼ਨ ਲੱਗੇ ਨੇ, ਉਸ ਤੋਂ ਬਾਅਦ ਉਹਨਾਂ ਦੀ ਸਿਰਫ 4% ਸ਼ਰਿੰਕ ਹੋਈ ਆ, ਜਿਹੜੀ ਉਹ ਵੀ ਵੈਸਟ ਵਾਲੇ ਕਹਿੰਦੇ ਆ। ਹਾਂਜੀ, ਜਿਹੜੀ ਉਹ ਰਿਪੋਰਟ ਕਰਦੇ ਆ ਉਹ ਕਹਿੰਦੇ ਸਾਡੀ ਸ਼ਰਿੰਕ ਨਹੀਂ ਹੋਈ, ਸਾਡੀ ਐਕਚੁਅਲੀ ਸਟਰੋਂਗ ਹੋਈ ਆ। ਸਟਰੋਂਗ ਹੋਈ ਔਰ ਸਾਡੀ ਜਿਹੜੀ ਇੰਟਰਨੈਸ਼ਨਲ ਮਾਰਕੀਟ ਵਧੀ ਆ। ਹਾਂਜੀ, ਇੱਕ ਤਾਂ ਉਹਨਾਂ ਦੇ ਨਵੇਂ-ਨਵੇਂ ਗ੍ਰਾਹਕ ਆਏ, ਜਿਹੜੇ ਪਹਿਲਾਂ ਚਾਈਨਾ ਵਾਲੇ ਜਾਂ ਇੰਡੀਆ ਵਾਲੇ ਤੇਲ ਜਿਹੜਾ ਕਟਰ ਤੋਂ ਖਰੀਦਦੇ ਸੀ, ਇਰਾਕ ਤੋਂ ਖਰੀਦਦੇ ਸੀ, ਹੁਣ ਜ਼ਿਆਦਾ ਰਸ਼ੀਆ ਤੋਂ ਖਰੀਦਣ ਲੱਗ ਪਏ। ਹਾਂਜੀ, ਗੈਸ ਦਾ ਉਹਨਾਂ ਨੇ ਸੈਂਕਸ਼ਨ ਲਾਤੇ ਆ ਵੈਸਟਰਨ ਯੂਰਪ ਤੇ, ਜਿਨ੍ਹਾਂ ਨੇ ਸੈਂਕਸ਼ਨ ਲਾਉਣੇ ਸੀ ਉਹ ਮਿੰਨਤਾਂ ਕਰਦੇ ਫਿਰਦੇ ਆ। ਹਾਂਜੀ, ਉਲਟਾ ਹੋ ਗਿਆ ਸਾਰਾ ਕੁਝ। ਉਲਟਾ ਹੋ ਗਿਆ ਨਾ ਚੱਕਰ ਇਹਨਾਂ ਦਾ। ਹਾਂਜੀ, ਫਿਰ ਜਿਹੜੀ ਚੀਜ਼ ਇਹਨਾਂ ਨੂੰ ਚਾਹੀਦੀ ਸੀ, ਜਿੱਦਾਂ ਫਾਰ ਐਗਜ਼ਾਮਪਲ ਇਹਨਾਂ ਨੇ ਫਰਟੀਲਾਈਜ਼ਰ ਚਾਹੀਦੀ ਸੀ, ਜਿਹਨੂੰ ਅਸੀਂ ਖਾਦ ਕਹਿੰਦੇ ਆ, ਹਾਂਜੀ, ਯੂਐਸ ਵਾਲਿਆਂ ਨੂੰ, ਡਿਸਪਾਈਟ ਸੈਂਕਸ਼ਨਸ ਇਹ ਉੱਥੋਂ ਲਗਾਤਾਰ ਖਾਦ ਮੰਗਾ ਰਹੇ ਆ। ਅੱਛਾ, ਫਿਰ ਰਸ਼ੀਆ ਦਾ ਹੀ ਤੇਲ ਜਿਹੜਾ ਇਹਨਾਂ ਨੇ ਬੰਦ ਕੀਤਾ ਆ, ਇੰਡੀਆ ਵਾਲੇ ਇੰਪੋਰਟ ਕਰਕੇ ਉਹ ਰਿਫਾਈਨ ਕਰਕੇ ਇਹਨਾਂ ਨੂੰ ਵੇਚੀ ਜਾਂਦੇ ਆ। ਹਾਂਜੀ, ਤਾਂ ਉਹਨਾਂ ਦੀ ਇਕਨੋਮੀ, ਉਹਨਾਂ ਦਾ ਰੂਬਲ ਵਧਿਆ ਜੀ, ਰੂਬਲ ਕਾਫੀ ਜ਼ਿਆਦਾ ਸਟਰੋਂਗ ਹੋਇਆ ਡਾਕਟਰ ਯੂਰੋ ਸਾਹਿਬ। ਦੇ ਅਗੇਂਸਟ ਤੇ ਆਪਣੇ ਡਾਲਰ ਯੂਐਸ ਦੇ। ਡਾਲਰ ਦੇ ਅਗੇਂਸਟ ਹਾਂਜੀ, ਰੂਬਲ ਦੀ ਸਟਰੈਂਥ ਹੋਈ ਆ ਪਹਿਲਾਂ ਨਾਲੋਂ। ਹਾਂਜੀ, ਸੋ ਇਹ ਸਟੋਰੀ ਜਿਹੜੀ ਹੈ, ਇੱਕ ਸਟੋਰੀ ਤਾਂ ਹੈਗੀ ਆ ਵੀ ਉਹਨਾਂ ਦੀ ਇਕਨੋਮੀ ਤਕੜੀ ਹੋਈ ਆ, ਦੂਸਰੀ ਸਟੋਰੀ ਹੈਗੀ ਆ ਝੂਠ ਬੋਲਿਆ ਜਿਹੜਾ ਇਹਨਾਂ ਨੇ ਕਿ ਅਸੀਂ ਸੈਂਕਸ਼ਨ ਲਾ ਰਹੇ ਹਾਂ, ਅਸੀਂ ਸੈਂਕਸ਼ਨ ਲਾ ਰਹੇ ਹਾਂ, ਟੱਪਦੇ ਫਿਰਦੇ ਆ। ਸੈਂਕਸ਼ਨ ਕਿਹੜੇ ਲਾ ਰਹੇ? ਮਿਹਨਤਾਂ ਕਰ ਰਿਹਾ ਕਿ ਆਪ ਸਾਡੇ ਚਾਂਸਲਰ ਆਇਆ ਸੀ ਜਰਮਨੀ ਦਾ, ਉਹ ਅਕਿਊਜ਼ ਕਰ ਰਿਹਾ ਕਿ ਅਸੀਂ ਇੱਕ ਟਰਬਾਈਨ ਜਿਹੜੀ ਆ ਰਸ਼ੀਆ ਨੂੰ ਮੋੜ ਦਿੱਤੀ ਹੈ, ਔਰ ਰਸ਼ੀਆ ਵਾਲਿਆਂ ਨੂੰ 5-6 ਟਰਬਾਈਨ ਦਿੱਤੀਆਂ ਸੀ। ਉਹ ਕਹਿੰਦੇ ਪਹਿਲਾਂ ਤਾਂ ਤੁਸੀਂ ਪੂਰੀਆਂ ਟਰਬਾਈਨ ਹਲੇ ਮੋੜੀ, ਸਾਰੀਆਂ ਟਰਬਾਈਨ ਮੋੜੀਆਂ ਨਹੀਂ, ਉਸ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ ਤੁਹਾਨੂੰ ਗੈਸ ਦੇਣਾ ਜਾਂ ਨਹੀਂ ਦੇਣਾ। ਜੀ, ਉਹ ਫੈਸਲਾ ਕਰ ਰਿਹਾ ਵੀ ਸੈਂਕਸ਼ਨ ਅਸੀਂ ਲਾਉਣੇ ਜਾਂ ਨਹੀਂ ਲਾਉਣੇ। ਹਾਂਜੀ, ਇਹ ਜਿਨ੍ਹਾਂ ਨੇ ਲਾਉਣੇ ਸੀ ਸੈਂਕਸ਼ਨ, ਉਹ ਮਿਹਨਤਾਂ ਕਰਦੇ ਫਿਰਦੇ ਆ। ਔਰ ਇਸ ਸਾਲ ਪ੍ਰੈਡਿਕਸ਼ਨ ਹੈ ਕਿ ਵਿੰਟਰ ਆਉਣ ਦੀ ਦੇਰ ਆ, ਯੂਰਪ ਦੇ ਵਿੱਚ ਜੋ ਮੰਦਹਾਲੀ ਹੋਣੀ ਹੈ ਨਾ, ਉਹ ਇਹਨਾਂ ਨੇ ਪਹਿਲਾਂ ਨਹੀਂ ਦੇਖੀ। ਹਾਂਜੀ, ਜਿਹੜੇ ਸੈਂਕਸ਼ਨ ਲਾਉਂਦੇ ਫਿਰਦੇ ਸੀ, ਜਿਹੜੇ ਟੱਪਦੇ ਫਿਰਦੇ ਸੀ ਨਾ, ਉਹਨਾਂ ਨੇ ਕਿੰਨਾ ਕਰ ਲੈਣਾ। ਜਿਸ ਮੁਲਕ ਦੇ ਕੋਲ ਇੰਨੇ ਰਿਸੋਰਸਸ ਹੋਣ ਨਾ, ਉਹਨੂੰ ਤੁਸੀਂ ਕੁਝ ਨਹੀਂ ਕਰ ਸਕਦੇ। ਹਾਂਜੀ, ਔਰ ਦੂਸਰਾ, ਜੇ ਤੇ ਤੁਸੀਂ ਇਹ ਸੋਚਦੇ ਸੀ ਅਸੀਂ ਵੈਪਨ ਦੇਈ ਜਾਣੇ ਆ, ਹੁਣ ਕੱਲ ਇਹਨਾਂ ਨੇ ਫੇਰ ਉਹਨਾਂ ਨੂੰ ਖਾਸ ਤੌਰ ਤੇ ਜ਼ੈਲੈਂਸਕੀ ਨੂੰ ਫੂਕ ਦੇਣ ਲਈ ਨਾ ਇੱਕ ਇੰਟਰਨੈਟ ਵਾਇਰਲ ਮੀਡੀਆ ਤੇ ਇੱਕ ਖਬਰ ਛਪੀ ਆ ਕਿ ਇੰਡੀਆ ਵਾਲਿਆਂ ਨੇ ਸਪੋਰਟ ਕਰ ਦਿੱਤੀ UN ਰੈਜ਼ੋਲੂਸ਼ਨ ਦੀ ਰਸ਼ੀਆ ਦੇ ਖਿਲਾਫ। ਹਾਂਜੀ, ਉਹ ਇੱਕ ਸਿਰਫ ਪ੍ਰੋਸੀਜਰ ਗੱਲ ਸੀ, ਉਹ ਪ੍ਰੋਸੀਜਰਲ ਮਤਾ ਸੀ ਜਿਹਦੀ ਉਹਨਾਂ ਨੇ ਸਪੋਰਟ ਕੀਤੀ ਹੈ, ਰਸ਼ੀਆ ਦੇ ਖਿਲਾਫ ਕੁਝ ਨਹੀਂ ਸੀ। UN ਸਿਕਿਉਰਿਟੀ ਕੌਂਸਲ ਦੇ ਵਿੱਚ ਜਦੋਂ ਵੀ ਕੋਈ ਮੀਟਿੰਗ ਹੁੰਦੀ ਹੈ ਕਿਸੇ ਵੀ ਮੁਲਕ ਦੇ ਨਾਲ, ਕਿਸੇ ਦੇ ਮੁਲਕ ਦੇ ਸੰਬੰਧੀ ਮੀਟਿੰਗ ਹੋਵੇ, ਉਹ ਅਕਸਰ ਮੌਕਾ ਦਿੰਦੇ ਆ ਉਹਨਾਂ ਦੇ ਪ੍ਰੈਜ਼ੀਡੈਂਟ ਨੂੰ ਜਾਂ ਪ੍ਰਾਈਮ ਮਿਨਿਸਟਰ ਨੂੰ ਬੋਲਣ ਦਾ। ਪਰ ਪ੍ਰੀ ਪੈਂਡੇਮਿਕ ਉਹ ਸਾਰੇ ਪ੍ਰਾਈਮ ਮਿਨਿਸਟਰ, ਸਾਰੇ ਪ੍ਰੈਜ਼ੀਡੈਂਟ ਉੱਥੇ ਆ ਕੇ ਬੋਲਦੇ ਹੁੰਦੇ ਸੀ ਇਨ ਪਰਸਨ। ਇਸ ਵਾਰ ਜ਼ੈਲੈਂਸਕੀ ਉਹਨਾਂ ਨੇ ਇਹ ਗੱਲ ਕੀਤੀ ਕਿ ਪੈਂਡੇਮਿਕ ਦੇ ਵਿੱਚ ਤੁਸੀਂ ਵੀਡੀਓ ਕਾਨਫਰੰਸ ਰਾਹੀਂ ਲੋਕਾਂ ਦੀਆਂ ਗੱਲਾਂ ਸੁਣਦੇ ਰਹੇ ਹੋ, ਸਾਡੀ ਵੀ ਸੁਣ ਲਓ। ਉਹ ਵੀਡੀਓ ਕਾਨਫਰੰਸ ਰਾਹੀਂ ਅਪੀਅਰ ਹੋਏ ਆ, ਜਿਹਦੀ ਆਪੋਜੀਸ਼ਨ ਉਹਨਾਂ ਨੇ ਪਹਿਲਾਂ ਰਸ਼ੀਆ ਵਾਲਿਆਂ ਨੇ ਕੀਤੀ, ਤੇ ਫਿਰ ਇਹ ਪ੍ਰੋਸੀਜਰਲ ਇਹਨਾਂ ਨੇ ਇੱਕ ਮਤਾ ਪਾਸ ਕਰਾਇਆ ਜਿਹਦੀ ਇੰਡੀਆ ਨੇ ਸਪੋਰਟ ਕੀਤੀ ਕਿ ਨਹੀਂ, ਉਹਨਾਂ ਨੂੰ ਇੱਥੇ ਆਉਣ ਦੀ ਲੋੜ ਨਹੀਂ ਹੈ, ਕੋਈ ਗੱਲ ਨਹੀਂ, ਵੀਡੀਓ ਨਾਲ ਸਾਡੇ ਨਾਲ ਗੱਲ ਕਰਨ। ਵੀਡੀਓ ਉਹਨਾਂ ਦੀ ਨੂੰ ਪਤਾ ਨਹੀਂ ਕੀ ਹੋਇਆ ਸੀ, ਮੁੜ ਕੇ ਉਹ ਵਿੱਚੋਂ ਸ਼ਬਦ ਉਹਨਾਂ ਦੇ ਟੁੱਟ ਰਹੇ ਸੀ, ਜਿੱਦਾਂ ਕੋਈ ਨੈਟਵਰਕ ਇਸ਼ੂ ਹੁੰਦਾ ਡਾਕਟਰ ਸਾਹਿਬ। ਇੱਕ ਪ੍ਰੈਜ਼ੀਡੈਂਟ ਬੋਲਦਾ, ਇੰਨੀ ਤਾਂ ਉਹਨਾਂ ਦੇ ਕੋਲ ਮਾੜੀ ਮੋਟੀ ਟੈਕਨੋਲੋਜੀ ਹੋਣੀ ਆ। ਹਾਂਜੀ, ਪ੍ਰੈਜ਼ੀਡੈਂਟ ਬੋਲਣ ਲੱਗਾ ਹੈ, ਸਿਕਿਉਰਿਟੀ ਕੌਂਸਲ ਨੂੰ ਬੋਲਣ ਲੱਗਾ ਹੈ, ਉਹਦੀ ਜਿਹੜੀ ਵੀਡੀਓ ਕਾਨਫਰੰਸ ਹੋ ਰਹੀ ਹੈ ਉਹਦੇ ਵਿੱਚ ਦਿੱਕਤਾਂ ਆ ਰਹੀਆਂ। ਚੰਗੀ ਤਰ੍ਹਾਂ ਸਮਝ ਨਹੀਂ ਸੀ ਆ ਰਿਹਾ ਡਾਕਟਰ ਸਾਹਿਬ। ਕੁਝ ਕਹਿੰਦੇ ਹੁੰਦੇ ਆ ਵੀ ਘਰ ਦੇ ਭਾਗ ਡੇੜੀ ਤੋਂ ਦੱਸ ਪੈਂਦੇ ਆ, ਉਹਨਾਂ ਦੀ ਡੇੜੀ ਵੀ ਢੈਗੀ ਲੱਗਦੀ ਹੈ ਜੀ। ਡਾਕਟਰ ਸਾਹਿਬ, ਅੱਜ ਦਾ ਵਿਚਾਰ ਦੱਸੋ ਸਾਨੂੰ। ਹਾਂਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈਗਾ ਜੀ, ਸਿਫਤ ਭਾਵੇਂ ਜਿੰਨੀ ਮਰਜ਼ੀ ਕਰੋ ਪਰ ਕਿਸੇ ਦੀ ਬੇਇੱਜ਼ਤੀ ਕਦੇ ਨਾ ਕਰੋ। ਮੌਕਾ ਮਿਲਣ ਤੇ ਹਰ ਕੋਈ ਵਿਆਜ ਸਮੇਤ ਮੋੜਦਾ ਹੈ।
ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡੇ ਨਾਲ ਕੱਲ ਨੂੰ ਫੇਰ ਮੁਲਾਕਾਤ ਹੋਏਗੀ ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇੱਕ ਕਹਾਣੀ ਵੀ ਸੁਣਾਈ ਜਾਏਗੀ। ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।